Hello everyone, today we will start second part of this chapter Trader Kings and Pilgrim। ਬੱਚਿਓ ਅੱਜ ਆਪਾਂ ਸੈਕਿੰਡ ਪਾਰਟ ਕਰਾਂਗੇ 9th ਚੈਪਟਰ ਦਾ ਟ੍ਰੇਡਰ ਕਿੰਗ ਐਂਡ ਪਿਲਗ੍ਰਮ ਦਾ। ਠੀਕ ਹੈ, ਕੱਲ ਆਪਾਂ ਜੋ ਪਾਰਟ ਕੀਤਾ ਸੀ ਉਸ ਦੇ ਨਾਲ ਅੱਜ ਆਪਾਂ ਸੈਕਿੰਡ ਪਾਰਟ ਕਰਾਂਗੇ। ਬੁੱਧਿਜ਼ਮ ਤੋਂ ਸਟਾਰਟ ਕਰਾਂਗੇ ਇਸ ਨੂੰ ਆਪਾਂ। ਦਾ ਸੈਪਰੇਟ ਆਫ ਬੁੱਧਿਜ਼ਮ ਜੋ ਬੁੱਧ ਧਰਮ ਆ ਉਸ ਦਾ ਫੈਲਣਾ ਕਿਵੇਂ ਫੈਲਿਆ, ਉਹ ਕਿੱਥੇ ਕਿੱਥੇ ਤੱਕ ਫੈਲਿਆ, ਇਸ ਦੇ ਰੂਲ ਰੈਗੂਲੇਸ਼ਨ ਸੀ। ਠੀਕ ਹੈ, ਕਿਸ ਨੇ ਇਸ ਦੇ ਵਿੱਚ ਜ਼ਿਆਦਾ ਯੋਗਦਾਨ ਪਾਇਆ, ਇਸ ਦੇ ਬਾਰੇ ਪੜ੍ਹਾਂਗੇ। ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਚੈਪਟਰ। ਦਾ ਮੋਸਟ ਫੇਮਸ ਕੁਸ਼ਾਨਾ ਰੂਲਰ ਵਾਜ਼ ਕਨਿਕਸਾ। ਠੀਕ ਹੈ, ਇੱਕ ਕੁਸ਼ਾਨ ਜਿਹੜਾ ਡਾਇਨੈਸਟੀ ਸੀ ਜਿਸ ਦੇ ਬਾਰੇ ਆਪਾਂ ਪਹਿਲਾਂ ਦੱਸਿਆ ਉੱਪਰ। ਕੁਸ਼ਾਨਾ ਰੂਲਰ ਨੇ ਮਤਲਬ ਜਿਹੜੇ ਕੁਸ਼ਾਨ ਵੰਸ਼ ਦੇ ਰਾਜੇ ਨੇ ਉਹਨਾਂ ਦੇ ਵਿੱਚੋਂ ਕਨਿਸ਼ਕ ਸੀਗਾ। ਠੀਕ ਹੈ, ਕਾਫੀ ਫੇਮਸ ਮੰਨਿਆ ਗਿਆ। ਰੂਲ ਅਰਾਊਂਡ 1900 ਈਅਰ ਅਗੋ, 1900 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਹੀ ਔਰਗਨਾਈਜ਼ ਬੁੱਧਿਸਟ ਕੌਂਸਲ, ਉਸਨੇ ਇੱਕ ਬੁੱਧਿਸਟ ਕੌਂਸਲ ਔਰਗਨਾਈਜ਼ ਕਰਵਾਈ, ਇੱਕ ਸਭਾ ਬੁਲਾਈ। ਬੁੱਧਿਸਟ ਮਤਲਬ ਬੁੱਧ ਧਰਮ ਦੀ ਇੱਕ ਸਭਾ ਬੁਲਾਈ ਜਿਸ ਦੇ ਵਿੱਚ ਸਕੋਲਰ ਆਏ। ਠੀਕ ਹੈ, ਵਿਦਵਾਨ ਲੋਕ ਆਏ, ਡਿਸਕਸ ਇੰਪੋਰਟੈਂਟ ਮੈਟਰ। ਠੀਕ ਹੈ, ਜਿਨ੍ਹਾਂ ਨੇ ਡਿਸਕਸ ਕੀਤੀ ਇੰਪੋਰਟੈਂਟ ਮੈਟਰ 'ਤੇ। ਠੀਕ ਹੈ, ਇਹਨਾਂ ਦੇ ਵਿੱਚ ਅੱਗੇ ਇੱਕ ਪੜ੍ਹਦੇ ਹਾਂ ਅਸ਼ਵ ਘੋਸ਼ਾ। ਇੱਕ ਅਸ਼ਵ ਘੋਸ਼ ਸੀਗਾ, ਪੋਇਟ ਸੀਗਾ, ਹੂ ਕੰਪੋਜ਼ ਦਾ ਬਾਇਓਗ੍ਰਾਫੀ ਆਫ ਦਾ ਬੁੱਧਾ, ਜਿਸ ਨੇ ਜੀਵਨ ਬਾਰੇ ਲਿਖਿਆ, ਕਿਸ ਦੇ ਮਹਾਤਮਾ ਬੁੱਧ ਦੇ ਜੀਵਨ ਬਾਰੇ ਲਿਖਿਆ। ਉਸਨੇ ਜੋ ਕਿਤਾਬ ਲਿਖੀ ਉਸਦਾ ਨਾਮ ਸੀਗਾ ਬੁੱਧ ਚਰਿਤਾ। ਠੀਕ ਹੈ, ਲਿਵਡ ਇਨ ਹਿਜ਼ ਕੋਰਟ, ਜੋ ਕਿ ਜਿਹੜਾ ਅਸ਼ਵ ਘੋਸ਼ ਆ ਉਹ ਕਨਿਸ਼ਕ ਦੇ ਰਾਜ ਦਰਬਾਰ ਦਾ ਕਵੀ ਸੀਗਾ। ਠੀਕ ਹੈ, ਉਸਨੇ ਇੱਕ ਕਿਤਾਬ ਲਿਖੀ ਸੀ ਮਹਾਤਮਾ ਬੁੱਧ ਦੇ ਨਾਲ ਰਿਲੇਟਡ ਜਿਸ ਦਾ ਨਾਮ ਸੀ ਬੁੱਧ ਚਰਿਤਾ। ਠੀਕ ਹੈ, ਇੱਦਾਂ ਕੁਐਸਚਨ ਬਣ ਸਕਦੇ ਨੇ ਵੀ ਅਸ਼ਵ ਘੋਸ਼ ਨੇ ਕਿਹੜੀ ਕਿਤਾਬ ਲਿਖੀ, ਬੁੱਧ ਚਰਿਤਾ ਜਾਂ ਬੁੱਧ ਚਰਿਤਾ ਕਿਤਾਬ ਕਿਸ ਦੇ ਨਾਲ ਰਿਲੇਟਡ ਆ, ਮਹਾਤਮਾ ਬੁੱਧ ਦੇ ਜੀਵਨ ਦੇ ਨਾਲ। ਠੀਕ ਹੈ, ਨੈਕਸਟ ਚੱਲਦੇ ਹਾਂ। ਇਸ ਤੋਂ ਬਾਅਦ ਕੀ ਆ, ਅਸ਼ਵ ਘੋਸ਼ਾ ਐਂਡ ਦਾ ਬੁੱਧਿਸਟ ਸਕੋਲਰ ਨਾਓ ਬਿਗਨ ਰਾਈਟਿੰਗ ਇਨ ਸੰਸਕ੍ਰਿਤ। ਹੁਣ ਜਿਹੜੀ ਅਸ਼ਵ ਘੋਸ਼ ਆ ਜਾਂ ਹੋਰ ਇਸ ਤੋਂ ਇਲਾਵਾ ਬੁੱਧਿਸਟ ਸਕੋਲਰ ਨੇ, ਮਤਲਬ ਵਿਦਵਾਨ ਨੇ ਬੁੱਧ ਧਰਮ ਦੇ, ਉਹਨਾਂ ਨੇ ਕੀ ਕੀਤਾ, ਸੰਸਕ੍ਰਿਤ ਦੇ ਵਿੱਚ ਲਿਖਣਾ ਸਟਾਰਟ ਕਰਤਾ। ਪਹਿਲਾਂ ਉਹ ਪ੍ਰਾਕਿਰਤ ਜੋ ਆਪਾਂ ਪਹਿਲਾਂ ਪੜ੍ਹਦੇ ਆ ਰਹੇ ਹਾਂ ਉਸ ਦੇ ਵਿੱਚ ਉਹ ਲਿਖਦੇ ਸੀ ਸਾਰਾ ਕੁਛ। ਠੀਕ ਹੈ, ਨੈਕਸਟ ਚੱਲਦੇ ਹਾਂ ਹੁਣ ਆਪਾਂ ਆ ਨਿਊ ਫਾਰਮ ਆਫ ਬੁੱਧਿਜ਼ਮ। ਇੱਕ ਨਵੇਂ ਬੁੱਧਿਜ਼ਮ ਦੀ ਇੱਕ ਨਵੀਂ ਸ਼ਾਖਾ ਕਹਿ ਦੀ ਬ੍ਰਾਂਚ ਨਵੀਂ ਇੱਕ ਹੋਂਦ ਵਿੱਚ ਆ ਗਈ, ਇੱਕ ਬਣ ਗਈ ਸੀ। ਠੀਕ ਹੈ, ਜਿਸ ਨੂੰ ਆਪਾਂ ਮਹਾਯਾਨਾ ਬੁੱਧਿਜ਼ਮ ਕਹਿੰਦੇ ਹਾਂ। ਠੀਕ ਹੈ, ਮਹਾਯਾਨਾ ਬੁੱਧਿਜ਼ਮ ਨਾਓ ਡਿਵੈਲਪ, ਹੁਣ ਉਹ ਡਿਵੈਲਪ ਹੋ ਚੁੱਕੀ ਆ। ਦਿਸ ਹੈਡ ਟੂ ਡਿਸਟਿੰਕਟ ਫੀਚਰ, ਇਸ ਦੇ ਦੋ ਜਿਹੜੇ ਫੀਚਰ ਨੇ ਮੇਨ। ਅਰਲੀਅਰ ਦਾ ਬੁੱਧਾਜ਼ ਪ੍ਰੈਜੈਂਸ ਵਾਜ਼ ਸ਼ੋਨ ਇਨ ਸਕਲਪਚਰ ਬਾਏ ਯੂਜ਼ਿੰਗ ਸਰਟੇਨ ਸਾਈਨ। ਪਹਿਲਾਂ ਕੀ ਗੱਲ, ਜੋ ਮਤਲਬ ਮਹਾਯਾਨ ਬੁੱਧਿਜ਼ਮ ਤੋਂ ਪਹਿਲਾਂ ਜੋ ਮੇਨ ਬੁੱਧਿਜ਼ਮ ਸੀਗਾ, ਬੁੱਧ ਧਰਮ ਸੀਗਾ, ਉਸ ਦੇ ਵਿੱਚ ਕੀ ਸੀ, ਜਿਹੜਾ ਮਹਾਤਮਾ ਬੁੱਧ ਆ ਉਸ ਦੀ ਪ੍ਰੈਜੈਂਸ ਮਤਲਬ ਉਸ ਦੀ ਜਿਹੜੀ ਮੌਜੂਦਗੀ ਆ ਕਿਵੇਂ ਸ਼ੋਅ ਕਰਦੇ ਸੀ। ਉਹ ਕੁਛ ਮੂਰਤੀਆਂ ਵਗੈਰਾ ਨਹੀਂ ਸੀ ਬਣਾਉਂਦੇ, ਸਿਰਫ ਉਸ ਦੀ ਲਾਈਫ ਦੇ ਨਾਲ ਰਿਲੇਟਡ ਸਰਟੇਨ ਸਾਈਨ, ਮੰਨ ਲਓ ਉਸ ਦੀ ਲਾਈਫ ਦੇ ਨਾਲ ਰਿਲੇਟਡ ਜੋ ਸਾਈਨ ਨੇ, ਜੋ ਚਿੰਨ੍ਹ ਨੇ, ਉਹੀ ਦਿਖਾਉਂਦੇ ਸੀ। ਉਹ ਕੋਈ ਮੂਰਤੀ ਨਹੀਂ ਸੀ ਬਣਾਉਂਦੇ ਉਹ। ਠੀਕ ਹੈ, ਹੁਣ ਕੀ ਆ, ਮਹਾਯਾਨ ਬੁੱਧਿਜ਼ਮ ਦੇ ਆਉਣ ਦੇ ਨਾਲ ਉਹਨਾਂ ਦੀਆਂ ਕੀ ਆ, ਮੂਰਤੀਆਂ ਬਣਨੀਆਂ ਸ਼ੁਰੂ ਹੋ ਗਈਆਂ। ਫੋਰ ਇੰਸਟੈਂਸ ਮਤਲਬ ਐਗਜ਼ਾਮਪਲ ਦੇ ਤੌਰ 'ਤੇ ਹਿਜ਼ ਅਟੇਨਮੈਂਟ ਆਫ ਇਨਲਾਈਟਨਮੈਂਟ ਵਾਜ਼ ਸ਼ੋਨ ਬਾਏ ਸਕਲਪਚਰ ਆਫ ਦਾ ਪੀਪਲ ਟਰੀ। ਦੇਖੋ, ਮਹਾਤਮਾ ਬੁੱਧ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਆ, ਠੀਕ ਹੈ, ਉਸ ਦੇ ਲਈ ਉਹਨਾਂ ਨੇ ਕੋਈ ਮਹਾਤਮਾ ਬੁੱਧ ਦਾ ਸਟੈਚੂ ਨਹੀਂ ਬਣਾਇਆ, ਸਿਰਫ ਉਹਨਾਂ ਨੇ ਕਾਹਦੇ ਦੁਆਰਾ ਸ਼ੋਅ ਕੀਤਾ, ਉਹ ਸ਼ੋਨ ਕੀਤਾ ਪੀਪਲ ਟਰੀ। ਮੰਨ ਲਓ ਜੇ ਇਹ ਪਿਕਚਰ ਦੇ ਵਿੱਚ, ਠੀਕ ਹੈ, ਇਹਦੇ ਵਿੱਚ ਮਹਾਤਮਾ ਬੁੱਧ ਦੀ ਕੋਈ ਪਿਕਚਰ ਨਹੀਂ ਹੈਗੀ, ਕੋਈ ਮੂਰਤੀ ਨਹੀਂ ਹੈਗੀ, ਸਿਰਫ ਇੱਕ ਆਹ ਪੀਪਲ ਟਰੀ ਦਿਖਾਇਆ ਹੋਇਆ। ਇਸ ਤੋਂ ਪਤਾ ਲੱਗਦਾ ਵੀ ਆਹ ਉਸ ਨੂੰ ਮਹਾਤਮਾ ਬੁੱਧ ਨੂੰ ਜਦੋਂ ਗਿਆਨ ਦੀ ਪ੍ਰਾਪਤ ਹੋਈ ਉਸ ਦੇ ਬਾਰੇ ਆਹ ਸਾਈਨ ਆ, ਉਸ ਦਾ ਚਿੰਨ੍ਹ ਆ। ਠੀਕ ਹੈ, ਇੱਦਾਂ ਕਰਕੇ ਪਹਿਲਾਂ ਮਹਾਤਮਾ ਬੁੱਧ ਦੇ ਧਰਮ ਦੇ ਵਿੱਚ ਕੀ ਆ, ਸਿਰਫ ਸਾਈਨ ਦਿਖਾਉਂਦੇ ਸੀ ਉਸ ਦੀ ਲਾਈਫ ਦੇ ਨਾਲ ਰਿਲੇਟਡ, ਪਰ ਮਹਾਯਾਨ ਬੁੱਧਿਜ਼ਮ ਦੇ ਆਉਣ ਦੇ ਨਾਲ ਹੁਣ ਉਸਦੇ ਸਟੈਚੂ ਬਣਨੇ ਸ਼ੁਰੂ ਹੋ ਗਏ। ਨਾਓ ਸਟੈਚੂ ਆਫ ਬੁੱਧਾ ਵਰ ਮੇਡ। ਹੁਣ ਦੂਸਰਾ ਇਹ ਕੀ ਆ, ਮਹਾਤਮਾ ਬੁੱਧ ਦੇ ਕੀ ਆ, ਸਟੈਚੂ ਬਣਨੇ ਸਟਾਰਟ ਕਰਤੇ ਇਹਨਾਂ ਨੇ ਮਹਾਯਾਨ ਬੁੱਧਿਜ਼ਮ ਦੇ ਵਿੱਚ। ਠੀਕ ਹੈ, ਮੈਨੀ ਦੀਜ਼ ਵਰ ਮੇਡ ਇਨ ਮਥੁਰਾ, ਕੁਛ ਇਸ ਦੇ ਜਿਹੜੇ ਸਟੈਚੂ ਸੀ ਮਹਾਤਮਾ ਬੁੱਧ ਦੇ ਮਥੁਰਾ ਦੇ ਵਿੱਚ ਬਣਾਏ ਗਏ ਅਤੇ ਬਾਕੀ ਦੇ ਟੈਕਸਲਾ ਦੇ ਵਿੱਚ। ਠੀਕ ਹੈ, ਨੈਕਸਟ ਜਿਹੜਾ ਚੇਂਜ ਹੋਇਆ ਇਸ ਦੇ ਵਿੱਚ ਮਹਾਯਾਨ ਬੁੱਧਿਜ਼ਮ ਦੇ ਵਿੱਚ, ਜਿਸ ਨੂੰ ਆਪਾਂ ਬਲੀਫ ਇਨ ਬੋਧੀਸਤਵਾ, ਉਹ ਜਿਹੜੇ ਬੋਧੀਸਤਵਾ ਦੇ ਵਿੱਚ ਵਿਸ਼ਵਾਸ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਹਨਾਂ ਦਾ ਮੰਨਣਾ ਸੀ ਦੀਜ਼ ਵਰ ਸਪੋਜ਼ ਦਾ ਪਰਸਨ ਹੂ ਹੈਡ ਅਟੇਨਡ
ਐਨਲਾਈਟਨਮੈਂਟ। ਇਹਨਾਂ ਦਾ ਮੰਨਣਾ ਸੀ ਵੀ ਜਿਹੜੇ ਪਰਸਨ ਨੂੰ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਆ, ਠੀਕ ਹੈ, ਵੰਸ ਦੇ ਅਟੇਨ ਐਨਲਾਈਟਨਮੈਂਟ, ਠੀਕ ਹੈ, ਦੇ ਕੁਡ ਲਿਵ ਇਨ ਕੰਪਲੀਟ ਆਈਸੋਲੇਸ਼ਨ ਐਂਡ ਮੈਡੀਟੇਟ ਇਨ ਪੀਸ, ਠੀਕ ਹੈ। ਇਹਨਾਂ ਦਾ ਮੰਨਣਾ ਵੀ ਜਦੋਂ ਵੀ ਕਿਸੇ ਇਨਸਾਨ ਨੂੰ ਗਿਆਨ ਦੀ ਪ੍ਰਾਪਤੀ ਹੋ ਸਕਦੀ ਆ, ਉਹ ਕਿਤੇ ਵੀ ਇਕੱਲਾ ਰਹਿ ਸਕਦਾ, ਮੈਡੀਟੇਸ਼ਨ ਕਰ ਸਕਦਾ, ਧਿਆਨ ਲਗਾ ਸਕਦਾ, ਠੀਕ ਹੈ। ਉਸਨੂੰ ਕਿਸੇ ਵੀ ਦੁਨੀਆ ਦੀ ਪਰਵਾਹ ਨਹੀਂ, ਕਿਉਂਕਿ ਉਸਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ, ਉਹਨੂੰ ਕਿਸੇ ਦੁਨੀਆ ਦੀ ਮੋਹ ਮਾਇਆ ਦਾ ਕਾਹੇ ਦਾ ਕੁਛ ਨਹੀਂ ਰਹਿੰਦਾ ਉਸਨੂੰ, ਠੀਕ ਹੈ। ਹਾਊ ਐਵਰ ਇੰਸਟੇਡ ਆਫ ਡੂਇੰਗ ਦੈਟ ਦੇ ਰਮੇਨ ਇਨ ਦਾ ਵਰਲਡ ਟੂ ਟੀਚ ਦਾ ਹੈਲਪ ਆਫ ਅਦਰ ਪੀਪਲ। ਪਰ ਇਸ ਦੇ ਹੋਣ ਦੇ ਬਾਵਜੂਦ ਵੀ ਕੀ ਆ, ਉਹ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਕੀ ਆ, ਉਹ ਦੁਨੀਆ ਦੇ ਵਿੱਚ ਰਹਿ ਰਹੇ ਆ, ਵਰਲਡ ਦੇ ਵਿੱਚ, ਕਿਹਨਾਂ ਨੂੰ ਟੀਚ ਕਰਨ ਦੇ ਲਈ, ਲੋਕਾਂ ਨੂੰ ਟੀਚ ਕਰਨ ਦੇ, ਸਿੱਖਿਆ ਦੇਣ ਦੇ ਲਈ, ਠੀਕ ਹੈ। ਦਾ ਵਰਸ਼ਿਪ ਆਫ ਬੋਧੀਸੱਤਵਾ ਬਿਕਮ ਵੈਰੀ ਪਾਪੂਲਰ। ਜਿਹੜੀ ਵਰਸ਼ਿਪ ਹੈ, ਇਹਨਾਂ ਦੀ ਭਗਤੀ ਆ, ਪੂਜਾ ਗਈ, ਠੀਕ ਹੈ, ਉਹ ਬੋਧੀਸੱਤਵਾ ਦੀ ਕਾਫੀ ਪਾਪੂਲਰ ਹੋ ਚੁੱਕੀ ਹੈ ਹੁਣ। ਸੈਪਰੇਟ ਥਰੂ ਆਊਟ ਸੈਂਟਰਲ ਏਸ਼ੀਆ, ਚਾਈਨਾ, ਲੇਟਰ ਟੂ ਦਾ ਕੋਰੀਆ ਐਂਡ ਜਾਪਾਨ। ਹੁਣ ਆਹ ਕਿੱਧਰ ਜਿਹੜਾ ਕਿੱਥੇ ਤੱਕ ਜਿਹੜਾ ਹੈਗਾ ਫੈਲ ਗਿਆ, ਸੈਪਰੇਟ ਹੁੰਦਾ ਫੈਲਣਾ, ਥਰੂ ਆਊਟ ਸੈਂਟਰਲ ਏਸ਼ੀਆ ਦੇ ਵਿੱਚ, ਮੱਧ ਏਸ਼ੀਆ ਦੇ ਵਿੱਚ, ਚਾਈਨਾ ਦੇ ਵਿੱਚ, ਅਤੇ ਬਾਅਦ ਦੇ ਵਿੱਚ ਕੋਰੀਆ ਅਤੇ ਜਾਪਾਨ ਦੇ ਵਿੱਚ ਬੋਧੀਸੱਤਵਾ ਜਾਂ ਮਹਾਯਾਨ ਜਿਹੜਾ ਹੈਗਾ ਬੁੱਧਿਜ਼ਮ, ਇਹ ਫੈਲ ਗਿਆ। ਬੁੱਧਿਜ਼ਮ ਆਲਸੋ ਸਪਰੈਡ ਇਨ ਵੈਸਟਰਨ ਐਂਡ ਸਾਊਥਰਨ ਇੰਡੀਆ। ਬੁੱਧਿਜ਼ਮ ਆ ਜਿਹੜਾ ਪੱਛਮੀ ਅਤੇ ਦੱਖਣੀ ਭਾਰਤ ਦੇ ਵਿੱਚ ਵੀ ਫੈਲ ਗਿਆ ਇਸ ਦਾ ਧਰਮ, ਠੀਕ ਹੈ। ਵੇਅਰ ਡਜ਼ਨ ਆਫ ਕੇਵ ਵਰ ਹੋਲੋਡ ਆਊਟ ਦਾ ਹੈਲ ਇਨ ਫਾਰ ਮੰਕ ਟੂ ਲਿਵ ਇਨ। ਇੱਥੇ ਦਰਜਨਾਂ ਹੀ ਕੇਵ, ਗੁਫਾਵਾਂ ਬਣਾਈਆਂ ਗਈਆਂ, ਪਹਾੜੀਆਂ ਨੂੰ ਕੱਟ ਕੇ ਉਹਨਾਂ ਨੂੰ ਖਾਲੀ ਕਰਕੇ ਮੰਕ ਟੂ ਲਿਵ, ਜਿਹੜੇ ਮੰਕ ਭਿਕਸ਼ੂ ਇੱਥੇ ਰਹਿੰਦੇ ਸੀ ਉਹਨਾਂ ਨੂੰ ਰਹਿਣ ਦੇ ਲਈ ਪਹਾੜੀਆਂ ਨੂੰ ਖਾਲੀ ਕਰਕੇ ਉਹਨਾਂ ਦੇ ਪਹਾੜੀਆਂ ਦੇ ਵਿੱਚ ਗੁਫਾਵਾਂ ਬਣਾਈਆਂ ਇਹਨਾਂ ਦੇ ਰਹਿਣ ਦੇ ਵਾਸਤੇ, ਠੀਕ ਹੈ। ਨੈਕਸਟ ਹੈ ਸਮ ਆਫ ਦੀਜ਼ ਕੇਵ ਆਰ ਮੇਡ ਦਾ ਆਰਡਰ ਆਫ ਕਿੰਗ। ਜਿਹੜੇ ਆਹ ਕੇਵ ਸੀਗੇ, ਗੁਫਾਵਾਂ ਸੀਗੀਆਂ ਮੰਕ ਦੇ ਲਈ ਜੋ ਬਣਾਈਆਂ ਗਈਆਂ ਸੀ, ਆਹ ਕਿੰਗ ਜਾਂ ਕੁਈਨ, ਰਾਜੇ ਰਾਣੀਆਂ ਦੇ ਕਹਿਣ 'ਤੇ ਬਣਾਈਆਂ ਜਾਂਦੀਆਂ ਸੀ, ਬਣਾਉਂਦੇ ਸੀ ਇਹਨਾਂ ਨੂੰ ਰਾਜੇ ਰਾਣੀਆਂ, ਜਾਂ ਫਿਰ ਮਰਚੈਂਟ ਵਪਾਰੀ ਬਣਾ ਦਿੰਦੇ ਸੀ, ਫਾਰਮਰ ਬਣਾਉਂਦੇ ਸੀਗੇ, ਠੀਕ ਹੈ, ਜਿੱਥੇ ਇਹ ਬੁੱਧਿਜ਼ਮ ਦੇ ਮੰਕ ਰਹਿੰਦੇ ਸੀ, ਠੀਕ ਹੈ। ਇਸ ਤੋਂ ਬਾਅਦ ਜਿਹੜੇ ਇਹਨੇ ਲੋਕੇਟਡ ਕਿੱਥੇ ਸੀ, ਜ਼ਿਆਦਾਤਰ ਇਹ ਅਕਸਰ ਕਿੱਥੇ ਸੀ, ਨੀਅਰ ਪਾਸਿਸ ਥਰੂ ਦਾ ਵੈਸਟਰਨ ਘਾਟ, ਜਿਹੜਾ ਪੱਛਮੀ ਘਾਟ ਨੇ ਉਹਨਾਂ ਦੇ ਅਤੇ ਜ਼ਿਆਦਾਤਰ ਇਹ ਗੁਫਾਵਾਂ ਇਹਨਾਂ ਦੀਆਂ ਬਣਾਈਆਂ ਜਾਂਦੀਆਂ ਸੀ। ਰੋਡ ਕਨੈਕਟਿੰਗ ਪ੍ਰੋਸਪਰਸ ਪੋਰਟ, ਠੀਕ ਹੈ, ਜਿੱਥੇ ਤੱਕ ਜਿਹੜੀਆਂ ਜਿਹੜੀਆਂ ਬੰਦਰਗਾਹਾਂ ਸੀ, ਪੋਰਟ ਸੀਗੀਆਂ ਜਿਹੜੇ ਕਾਫੀ ਖੁਸ਼ਹਾਲ ਸੀ, ਉੱਥੇ ਇਹਨਾਂ ਦੀਆਂ ਗੁਫਾਵਾਂ ਬਣਾਈਆਂ ਜਾਂਦੀਆਂ ਸੀਗੀਆਂ। ਕੋਸਟ ਵਿਦ ਸਿਟੀ ਇਨ ਦਾ ਡੈਕਨ ਰੈਨ ਥਰੂ ਦੀਜ਼ ਪਾਸਿਸ, ਠੀਕ ਹੈ। ਇਸ ਤਰ੍ਹਾਂ ਵੀ ਜਿਹੜੀਆਂ ਇੱਦਾਂ ਦੀਆਂ ਸਿਟੀ ਦੇ ਵਿੱਚ ਇਹਨਾਂ ਦੇ ਬਣਾਈਆਂ ਜਾਂਦੀਆਂ ਸੀ, ਜਿੱਥੋਂ ਕਿ ਡੈਕਨ ਦੱਖਣ ਦੇ ਵੱਲ ਨੂੰ ਇੱਦਾਂ ਦੇ ਪਾਸਿਸ ਰਸਤੇ ਇਹਨਾਂ ਨੂੰ ਮਿਲਦੇ ਸੀ। ਇੱਕ ਇੱਥੇ ਬਿਲੋ ਹੈ ਲੈਫਟ, ਦੋ ਸਟੈਚੂ ਬਣੇ ਨੇ, ਠੀਕ ਹੈ। ਇੱਕ ਜੋ ਸਟੈਚੂ ਹੈ ਉਹ ਹੈ ਮਥੁਰਾ ਦਾ, ਠੀਕ ਹੈ। ਇੱਕ ਹੈ ਜੋ ਸਟੈਚੂ ਦੂਸਰੇ ਵਾਲਾ, ਇਹ ਹੈ ਟਕਸਲਾ ਦਾ। ਇਹਦੇ ਵਿੱਚ ਕੁਝ ਸਿਮਿਲੈਰਿਟੀਜ਼ ਵੀ ਆ, ਕੁਝ ਡਿਫਰੈਂਸ ਵੀ ਆ। ਇੱਕ ਤਾਂ ਮਤਲਬ ਮਹਾਤਮਾ ਬੁੱਧ ਨੂੰ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਦਰਸਾਇਆ ਗਿਆ, ਅਤੇ ਦੂਸਰੇ ਵਿੱਚ ਉਹਨਾਂ ਨੂੰ ਬੈਠਿਆਂ ਦੀ ਇੱਕ ਸਟੈਚੂ ਬਣੀ ਹੋਈ ਹੈ, ਠੀਕ ਹੈ। ਨੈਕਸਟ ਚੱਲਦੇ ਆਪਾਂ ਕੁਝ ਜਿਹੜੀਆਂ trader probably halted in these cave monasteries during their travel। ਜਿਹੜੇ ਟਰੇਡਰ ਸੀ, ਵਪਾਰੀ ਵੀ, ਉਹ ਇਹਨਾਂ ਕੇਵਸ ਦੇ ਵਿੱਚ, ਮੋਨੈਸਟਰੀਜ਼ ਦੇ ਵਿੱਚ ਰਹਿੰਦੇ ਸੀ ਜਦੋਂ ਉਹ ਆਪਣੀ ਯਾਤਰਾ ਕਰਦੇ, ਠੀਕ ਹੈ। ਬੁੱਧਿਜ਼ਮ ਆਲਸੋ ਸੈਪਰੇਟ ਸਾਊਥ ਈਸਟਵਰਡ ਟੂ ਸ੍ਰੀਲੰਕਾ, ਮਿਆਂਮਾਰ, ਥਾਈਲੈਂਡ ਐਂਡ ਅਦਰ ਪਾਰਟ ਆਫ ਸਾਊਥ ਈਸਟ ਏਸ਼ੀਆ, ਠੀਕ ਹੈ। ਜਿਹੜਾ ਬੁੱਧਿਜ਼ਮ ਆ ਉਹ ਸ੍ਰੀਲੰਕਾ ਦੇ ਵੱਲ ਵੀ, ਮਿਆਂਮਾਰ, ਥਾਈਲੈਂਡ ਅਤੇ ਕੁਝ ਸਾਊਥ ਈਸਟ ਦੱਖਣੀ ਪੂਰਬੀ ਏਸ਼ੀਆ ਦੇ ਵਿੱਚ ਵੀ, ਜਿਹਦੇ ਇਨਕਲੂਡਿੰਗ ਇੰਡੋਨੇਸ਼ੀਆ ਜਿਹੜਾ ਹੈਗਾ, ਉੱਥੇ ਵੀ ਇਹ ਫੈਲਿਆ। ਦਾ ਓਲਡਰ ਫੋਰਮ ਆਫ ਬੁੱਧਿਜ਼ਮ ਨੋਨ ਐਜ਼ ਥੇਰਾਵੇਦਾ, ਠੀਕ ਹੈ। ਜਿਹੜਾ ਪੁਰਾਣਾ ਆਪਾਂ ਬੁੱਧ ਧਰਮ ਦੀ ਗੱਲ ਕਰਦੇ ਹਾਂ, ਠੀਕ ਹੈ, ਜੋ ਫਸਟ ਪਹਿਲਾਂ ਸੀਗਾ ਉਸਨੂੰ ਥੇਰਾਵੇਦਾ ਕਹਿੰਦੇ ਆ, ਠੀਕ ਹੈ। ਬੁੱਧਿਜ਼ਮ ਉਹ ਜ਼ਿਆਦਾਤਰ ਇਹਨਾਂ ਕੰਟਰੀ ਦੇ ਵਿੱਚ ਫੈਲਿਆ ਹੋਇਆ ਸੀ। ਨਵਾਂ ਉਸ ਤੋਂ ਜਿਹੜੀ ਇੱਕ ਹੋਰ ਬ੍ਰਾਂਚ ਬਣ ਗਈ ਮਹਾਯਾਨ, ਆਪਾਂ ਪੜ੍ਹ ਕੇ ਹਟੇ ਹਾਂ, ਠੀਕ ਹੈ, ਉਹ ਜਿਹਦੇ ਵਿੱਚ ਬੋਧੀਸੱਤਵਾ ਆ ਗਿਆ, ਉਹਨਾਂ ਦੇ ਕੁਛ ਰੂਲ ਰੈਗੂਲੇਸ਼ਨ ਅਲੱਗ ਨੇ, ਠੀਕ ਹੈ। ਨੈਕਸਟ ਚੱਲਦੇ ਆਪਾਂ, ਇਹ ਇੱਕ ਮੋਨੈਸਟਰੀ ਆ ਜਿੱਥੇ ਮੰਕ ਜਾਂ ਟਰੈਵਲਰ ਟਰੇਡਰ ਰਹਿੰਦੇ ਸੀ, ਠੀਕ ਆ। ਇਹ ਕਿੱਥੇ ਆ, ਇਸ ਨੂੰ ਵੀ ਯਾਦ ਰੱਖਣਾ ਤੁਸੀਂ। ਦਾ ਕੇਵ ਐਟ ਕਾਰਲੇ, ਮਹਾਰਾਸ਼ਟਰਾ। ਕਾਰਲੇ ਨਾਂ ਦੀ ਜਗ੍ਹਾ ਜੋ ਕਿ ਮਹਾਰਾਸ਼ਟਰ ਸਟੇਟ ਦੇ ਵਿੱਚ ਆ, ਉੱਥੇ ਇਹ ਮੋਨੈਸਟਰੀ ਕੇਵ ਬਣੀ ਹੋਈ ਹੈ, ਠੀਕ ਹੈ, ਅੱਜ ਵੀ ਹੈ ਉੱਥੇ ਇਹ। ਨੈਕਸਟ ਚੱਲਦੇ ਹਾਂ ਆਪਾਂ ਦਾ ਕੁਐਸਟ ਆਫ ਪਿਲਗ੍ਰਿਮ। ਹੁਣ ਆਪਾਂ ਯਾਤਰੀਆਂ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ, ਦੇਖੋ, ਟਰੇਡਰ ਬਾਰੇ, ਫਿਰ ਕਿੰਗਸ ਬਾਰੇ, ਅਤੇ ਹੁਣ ਆਪਾਂ ਜਿਹੜੇ ਯਾਤਰੀ ਨੇ ਇਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਐਜ਼ ਟਰੇਡਰ ਜਰਨੀਡ ਟੂ ਦਾ ਡਿਸਟੈਂਸ ਲੈਂਡ ਇਨ ਕਾਰਾਵਾਨ ਦਾ ਸ਼ਿਪ ਪਿਲਗ੍ਰਿਮ ਆਫਨ ਟਰੈਵਲ ਵਿਦ ਦੈਮ।
ਜਦੋਂ ਜਿਹੜੇ ਟਰੇਡਰ ਸੀ, ਵਪਾਰੀ ਸੀ, ਆਪਣੀ ਯਾਤਰਾ 'ਤੇ ਨਿਕਲਦੇ ਸੀ, ਲੰਮੀ ਦੂਰੀ ਦੇ ਰਸਤੇ ਤੈਅ ਕਰਦੇ ਸੀ, ਦੂਰ ਦੂਰ ਦੀਆਂ ਜਗ੍ਹਾ 'ਤੇ ਉਹਨਾਂ ਨੇ ਜਾਣਾ ਹੁੰਦਾ, ਡਿਸਟੈਂਸ ਲੈਣ ਦੇ ਵੱਲ ਕਾਰਵਾਂ ਆਪਣੇ ਝੁੰਡ ਦੇ ਵਿੱਚ, ਆਪਣੇ ਗਰੁੱਪ ਦੇ ਵਿੱਚ, ਚਾਹੇ ਉਹ ਸ਼ਿਪ 'ਤੇ ਜਾਂਦੇ ਸੀ, ਚਾਹੇ ਪੈਦਲ ਜਾਂਦੇ ਸੀ, ਉਹਨਾਂ ਦੇ ਨਾਲ ਕੁਝ ਨਾ ਕੁਝ ਜਿਹੜੇ ਯਾਤਰੀ ਸੀਗੇ, ਠੀਕ ਹੈ, ਉਹ ਵੀ ਟਰੈਵਲ ਕਰਦੇ ਸੀ, ਯਾਤਰਾ ਕਰਦੇ ਸੀ, ਠੀਕ ਹੈ। ਉਹਨਾਂ ਨੂੰ ਪਿਲਗ੍ਰਿਮ ਕਹਿੰਦੇ ਹਾਂ। ਪਿਲਗ੍ਰਿਮ ਦਾ ਮਤਲਬ ਦੇਖ ਲਓ ਇੱਥੇ ਕੀ ਆ, ਆਰ ਮੈਨ ਐਂਡ ਵੋਮਨ ਹੂ ਅੰਡਰਟੇਕ ਜਰਨੀ ਟੂ ਦਾ ਹੌਲੀ ਪਲੇਸਿਸ ਇਨ ਆਰਡਰ ਟੂ ਆਫਰ ਵਰਸ਼ਿਪ। ਕਿਸੇ ਵੀ ਜਿਹੜੇ ਮੈਨ ਆ, ਚਾਹੇ ਵੋਮਨ ਆ, ਆਦਮੀ ਚਾਹੇ ਔਰਤ ਆ, ਉਹ ਜਰਨੀ ਕਰਦਾ, ਕੋਈ ਯਾਤਰਾ ਕਰਦਾ ਕਿਸੇ ਧਾਰਮਿਕ ਜਾਂ ਪਵਿੱਤਰ ਜਗ੍ਹਾ ਦੀ, ਠੀਕ ਆ, ਕਿਸੇ ਪੂਜਾ ਕਰਨ ਦੇ ਲਈ, ਵਰਸ਼ਿਪ ਕਰਨ ਦੇ ਲਈ, ਉਹਨੂੰ ਆਪਾਂ ਪਿਲਗ੍ਰਿਮ ਕਹਿ ਦਿੰਦੇ ਹਾਂ, ਯਾਤਰੀ ਕਹਿ ਦਿੰਦੇ ਹਾਂ, ਠੀਕ ਆ। ਨੈਕਸਟ ਚੱਲਦੇ ਹਾਂ ਹੁਣ ਆਪਾਂ। ਦਾ ਵੈਸਟ ਨੋਨ of these are Chinese Buddhist pilgrim Fahian who came to the subcontinent about 1600 year ago। ਦੇਖੋ ਕੁਝ ਬੁੱਧ ਧਰਮ ਦੇ ਨਾਲ ਰਿਲੇਟਡ ਕੁਝ ਚਾਈਨੀਜ਼ ਯਾਤਰੀ ਆਏ ਨੇ, ਠੀਕ ਆ, ਜਿਹੜੇ ਬੁੱਧ ਧਰਮ ਨੂੰ ਮੰਨਣ ਵਾਲੇ ਸੀ, ਠੀਕ ਹੈ। ਉਹਨਾਂ ਦੇ ਵਿੱਚੋਂ ਫਾਹੀਆਨ ਸੀ ਫਸਟ, ਜਿਹੜਾ 1600 ਸਾਲ ਪਹਿਲਾਂ ਆਇਆ, ਫਿਰ ਹਿਊਨਜ਼ਾਂਗ, ਠੀਕ ਆ, ਫਿਰ ਜਿਹੜਾ 1400 ਸਾਲ ਪਹਿਲਾਂ ਆਇਆ, ਫਿਰ ਆਈਕਿੰਗ, ਠੀਕ ਹੈ, who came about 50 year after ਹਿਊਨਯਾਂਗ, ਠੀਕ ਹੈ, ਜਿਹੜਾ ਕਿ ਹਿਊਨਯਾਂਗ ਤੋਂ 50 ਸਾਲ ਬਾਅਦ ਆਇਆ ਸੀ। ਇਹਨਾਂ ਨੇ ਵਿਜ਼ਿਟ ਕਿੱਥੇ ਕਿੱਥੇ ਕੀਤੀ, ਜਿਹੜੀ ਕਿ ਜਗ੍ਹਾ ਬੁੱਧਾ ਦੇ ਨਾਲ, ਮਹਾਤਮਾ ਬੁੱਧ ਦੇ ਨਾਲ ਐਸੋਸੀਏਟਡ, ਮਤਲਬ ਸੰਬੰਧਿਤ ਸੀ, ਠੀਕ ਹੈ। ਚੈਪਟਰ 6 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਫੇਮਸ ਮੋਨੈਸਟਰੀ, ਉੱਥੇ ਆ ਜਗ੍ਹਾ ਦੇ ਵਿੱਚ ਗਏ। ਇਸ ਤੋਂ ਇਲਾਵਾ ਕੁਝ ਜੋ ਪਿਲਗ੍ਰਿਮ ਸੀ, ਯਾਤਰੀ ਸੀ, ਠੀਕ ਹੈ, ਜੋ ਇੱਥੇ ਆਏ, ਉਹ ਆਪਣਾ ਕੁਝ ਅਕਾਊਂਟ ਆਫ ਹਿਸ ਜਰਨੀ, ਆਪਣੀ ਜਰਨੀ ਦੇ ਬਾਰੇ, ਯਾਤਰਾ ਦੇ ਬਾਰੇ ਇੱਥੇ ਲਿਖ ਕੇ ਗਏ ਨੇ। ਦੇ ਰੋਟ ਆਫ ਦਾ ਡੇਂਜਰਸ ਦੇ ਇਨਕਾਊਂਟਰਡ ਟੂ ਦੇਅਰ ਟਰੈਵਲ, ਠੀਕ ਹੈ। ਉਹਨਾਂ ਨੇ ਸਭ ਕੁਝ ਲਿਖਿਆ ਜੋ ਉਹਨਾਂ ਨੂੰ ਰਸਤੇ ਦੇ ਵਿੱਚ ਕੁਝ ਜੋ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਉਸਨੂੰ ਯਾਤਰਾ ਦੇ ਦੌਰਾਨ, ਠੀਕ ਹੈ। ਵਿਚ ਆਫਨ ਟੁਕ ਈਅਰ, ਠੀਕ ਹੈ, ਜਿੰਨੇ ਵੀ ਉਹ ਸਾਲਾਂ ਦੇ ਵਿੱਚ ਇੱਥੇ ਪਹੁੰਚੇ ਜਾਂ ਰਹੇ, ਆਫ ਦਾ ਕੰਟਰੀ ਐਂਡ ਦਾ ਮੋਨੈਸਟਰੀ ਦੈਟ ਦੇ ਵਿਜ਼ਿਟ, ਜਿਹੜੀ ਉਹਨਾਂ ਨੇ ਕੰਟਰੀਆਂ ਦੇ ਵਿੱਚ ਗਏ ਜਾਂ ਮੋਨੈਸਟਰੀ ਵਿੱਚ ਉਹਨਾਂ ਨੇ ਵਿਜ਼ਿਟ ਕੀਤੀ, ਸਾਰਾ ਕੁਛ ਇਹਨਾਂ ਦੇ ਬਾਰੇ ਉਹਨਾਂ ਨੇ ਆਪਣੇ ਅਕਾਊਂਟ ਲਿਖੇ ਜਾਂ ਆਪਣੇ ਬੁੱਕਸ ਬਾਰੇ ਲਿਖਿਆ। ਐਂਡ ਬੁੱਕ ਦੇ ਕੈਰੀਡ ਬੈਕ ਵਿਦ ਦੈਮ, ਅਤੇ ਉਹ ਕੁਛ ਕਿਤਾਬਾਂ ਨੂੰ ਆਪਣੇ ਨਾਲ ਵਾਪਸ ਲੈ ਗਏ, ਠੀਕ ਹੈ। ਨੈਕਸਟ ਚੱਲਦੇ ਹਾਂ। ਹਾਊ ਫਾਹੀਆਨ ਰਿਟਰਨ ਟੂ ਚਾਈਨਾ। ਜੋ ਫਾਹੀਆਨ ਸੀਗਾ, ਜੋ ਚੀਨੀ ਯਾਤਰੀ ਸੀ, ਉਹ ਚਾਈਨਾ ਵਾਪਸ ਕਿਵੇਂ ਗਿਆ, ਇਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਆਪਣੀ ਯਾਤਰਾ ਉਹ ਬੰਗਾਲ ਤੋਂ ਸਟਾਰਟ ਕੀਤੀ ਹੈ। ਇੱਕ ਸ਼ਿਪ 'ਤੇ ਉਹ ਜਿਹੜੇ ਨਾਲ ਕੁਛ ਮਾਰਚੈਂਟ ਸੀਗੇ, ਠੀਕ ਆ, ਉਹਨਾਂ ਨੇ ਜਦੋਂ ਟਰੈਵਲ ਸਟਾਰਟ ਕੀਤੀ, ਹਜੇ 2 ਹੀ ਦਿਨ ਹੋਏ ਸੀ, ਜਿਸ ਦੇ ਉਹਨਾਂ ਨੂੰ ਇੱਕ ਤੂਫਾਨ ਨੇ ਘੇਰ ਲਿਆ, ਕੌਟ ਇਨ ਦਾ ਸਟੋਰਮ, ਠੀਕ ਆ। ਜਿਹੜੇ ਮਾਰਚੈਂਟ ਸੀਗੇ, ਬਾਕੀ ਵਪਾਰੀ ਸੀ, ਉਹਨਾਂ ਨੇ ਆਪਣਾ ਜਿਹੜਾ ਸਮਾਨ ਆ ਨਾਲ ਉਹ ਸਮੁੰਦਰ 'ਚ ਸੁੱਟਣਾ ਸਟਾਰਟ ਕਰ ਦਿੱਤਾ, ਤਾਂ ਕਿ ਵੀ ਜਿਹੜਾ ਸਮੁੰਦਰ ਦੇ ਵਿੱਚ ਜਹਾਜ਼ ਨੂੰ, ਆਪਣੇ ਸ਼ਿਪ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਫਾਹੀਆਨ ਨੇ ਵੀ ਇੱਦਾਂ ਹੀ ਕੀਤਾ, ਜੋ ਆਪਣਾ ਪਰਸਨਲ ਬਿਲੋਂਗਿੰਗ ਸੀਗਾ, ਕੁਛ ਸਮਾਨ ਸੀ ਉਸਦੇ ਪਰਸਨਲ, ਉਸਨੂੰ ਉਸਨੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਅਤੇ ਜਿਹੜੀਆਂ ਉਸਦੇ ਕੋਲ ਕਿਤਾਬਾਂ ਸੀ ਜਾਂ ਸਟੈਚੂ ਆਫ ਬੁੱਧਾ, ਜਿਹੜੀਆਂ ਉਸਨੇ ਕਲੈਕਟ ਕੀਤੀਆਂ ਸੀ ਆਪਣੀ ਯਾਤਰਾ ਦੇ ਦੌਰਾਨ, ਉਸਨੇ ਉਹ ਚੀਜ਼ਾਂ ਰੱਖ ਲਈਆਂ, ਠੀਕ ਆ। ਅਤੇ ਫਾਈਨਲੀ 13 ਦਿਨਾਂ ਬਾਅਦ ਜਿਹੜਾ ਕੀ ਆ ਸਟੋਰਮ, ਉਹ ਰੁਕ ਗਿਆ, ਤੂਫਾਨ ਸ਼ਾਂਤ ਹੋ ਗਿਆ, ਠੀਕ ਹੈ। ਜਿਸ ਦੇ ਬਾਰੇ ਉਹ ਫਿਰ ਸੀ ਦੇ ਬਾਰੇ ਡਿਸਕ੍ਰਾਈਬ ਕਰਦਾ ਵੀ ਜਿਹੜਾ ਸੀ ਆ ਉਹ ਇੱਕ ਬਾਊਂਡਲੈਸ ਆ, ਵੀ ਕੋਈ ਇਸ ਦੀ ਬਾਊਂਡਰੀ ਨਹੀਂ ਹੈਗੀ, ਇਸ ਦੇ ਵਿੱਚ ਇਨਪੋਸੀਬਲ ਆ। ਜਦੋਂ ਤੁਸੀਂ ਯਾਤਰਾ ਦੇ ਹੁੰਦੇ ਹੋ ਸਮੁੰਦਰ ਦੇ ਵਿੱਚ, ਵੀ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਈਸਟ ਜਾਂ ਵੈਸਟ ਕਿਹੜੀ ਸਾਈਡ ਦਾ, ਤੁਸੀਂ ਸਿਰਫ ਓਬਜ਼ਰਵ ਕਰ ਸਕਦੇ ਹੋ ਸਨ, ਮੂਨ, ਸਟਾਰ ਐਂਡ ਦੇਅਰ ਮੋਸ਼ਨ। ਸਿਰਫ ਤੁਸੀਂ ਚੰਨ, ਤਾਰਿਆਂ ਨੂੰ ਅਤੇ ਸੂਰਜ ਦੇ ਜਿਹੜੇ ਹੈਗੇ ਆ, ਇਹਨਾਂ ਤੋਂ ਹੀ ਤੁਸੀਂ ਜੱਜਮੈਂਟ ਕਰ ਸਕਦੇ ਹੋ ਵੀ ਕਿਹੜੀ ਡਾਇਰੈਕਸ਼ਨ ਕਿਸ ਤਰਫ ਆ, ਠੀਕ ਆ। ਜੇਕਰ ਡਾਰਕ ਹੋਵੇ ਜਾਂ ਫਿਰ ਰੈਨੀ ਵੈਦਰ ਹੋਵੇ, ਫਿਰ ਇਹ ਵੀ ਨਹੀਂ ਪਤਾ ਲੱਗਦਾ, ਠੀਕ ਆ। ਉਹ ਘੱਟੋ ਘੱਟ ਮੋਰ ਦੈਨ 19 ਡੇਜ਼ ਟੂ ਰੀਚ ਜਾਵਾ, ਉਹ 90 ਦਿਨਾਂ ਦੇ ਵਿੱਚ ਜਾਵਾ, ਜੋ ਕਿ ਇੰਡੋਨੇਸ਼ੀਆ ਦੇ ਵਿੱਚ ਹੈ, ਉੱਥੇ ਪਹੁੰਚਿਆ। ਉੱਥੇ ਉਹ 5 months ਬਿਫੋਰ ਬੋਰਡਿੰਗ ਅਨਦਰ ਮਾਰਚੈਂਟ ਸ਼ਿਪ ਦੇ ਟੁਕ ਹਿਮ ਟੂ ਚਾਈਨਾ। 5 ਮਹੀਨੇ ਉਹ ਜਾਵਾ ਰਿਹਾ ਇੰਡੋਨੇਸ਼ੀਆ ਦੇ ਵਿੱਚ। ਫਿਰ ਉਸਨੂੰ ਉੱਥੋਂ ਉਸਨੇ ਕੀ ਕੀਤਾ, ਇੱਕ ਹੋਰ ਸ਼ਿਪ ਲੈ ਲਿਆ, ਅਤੇ ਉਹ ਅੱਗੇ ਫਿਰ ਚਾਈਨਾ ਤੱਕ ਉਸਨੂੰ ਉਹ ਲੈ ਗਿਆ। ਇਹ ਸੀਗੀ ਫਾਹੀਆਨ ਦੇ ਰਿਟਰਨ ਦੀ ਸਟੋਰੀ, ਠੀਕ ਹੈ। ਨੈਕਸਟ ਚੱਲਦੇ ਹਾਂ ਆਪਾਂ, ਹਿਊਨਯਾਂਗ ਬਾਰੇ ਪੜ੍ਹਾਂਗੇ ਆਪਾਂ। ਹਿਊਨਯਾਂਗ ਹੂ ਟੁੱਕ ਦਾ ਲੈਂਡ ਰੂਟ ਬੈਕ ਟੂ ਦਾ ਚਾਈਨਾ, ਠੀਕ ਹੈ। ਉਸਨੇ ਜੋ ਹਿਊਨਯਾਂਗ ਸੀਗਾ, ਉਸਨੇ ਆਪਣੀ ਜਿਹੜੀ ਯਾਤਰਾ ਗਈ ਵਾਪਸੀ ਦੀ, ਠੀਕ ਹੈ, ਬੈਕ ਟੂ ਚਾਈਨਾ ਕਿਵੇਂ ਗਿਆ, ਥਰੂ
ਦਾ ਨਾਰਥ ਵੈਸਟ ਸੈਂਟਰਲ ਏਸ਼ੀਆ, ਠੀਕ ਹੈ। ਉਹ ਉੱਤਰ ਪੱਛਮ ਤੋਂ ਹੁੰਦਾ ਹੋਇਆ ਫਿਰ ਮੱਧ ਏਸ਼ੀਆ ਦੇ ਥਰੂ ਵਾਪਸ ਗਿਆ। ਉਸ ਦੇ ਨਾਲ ਕੈਰੀ ਕੀ ਕੀਤਾ ਉਸਨੇ, ਸਟੈਚੂ ਸੀਗੇ ਕੁਛ ਮਹਾਤਮਾ ਬੁੱਧ ਦੇ, ਨਾਲ ਉਸਦੇ ਗੋਲਡ, ਸਿਲਵਰ, ਸੈਂਡਲਵੁੱਡ, ਚੰਦਨ ਦੀ ਲੱਕੜੀ ਸੀਗੀ। ਇਸ ਤੋਂ ਇਲਾਵਾ 600 ਦੇ ਲਗਭਗ ਉਸ ਦੇ ਕੋਲ ਮਨੂਸਕ੍ਰਿਪਟ ਸੀ, ਮਤਲਬ ਹੱਥ ਲਿਖਤਾਂ ਸੀਗੀਆਂ, ਠੀਕ ਹੈ। ਉਸਨੇ ਇਹ ਸਾਰਾ ਸਮਾਨ ਜੋ ਹੈ ਬੈਕ ਆਫ 20 ਹਾਰਸਿਸ 20 ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀ। ਉਹਨਾਂ ਦੀ ਬੈਕ ਦੇ ਉੱਪਰ ਓਵਰ 50 ਮੈਨੂਸਕ੍ਰਿਪਟ ਬਾਰ ਲੋਸਟ, ਠੀਕ ਹੈ। ਜਿਹੜੀਆਂ 50 ਮੈਨੂਸਕ੍ਰਿਪਟ ਸੀਗੀਆਂ ਉਹ ਲੋਸਟ ਹੋ ਗਈਆਂ ਸੀ, ਉਸ ਤੋਂ ਗੁੰਮ ਹੋ ਗਈਆਂ ਸੀ, ਕਿਉਂਕਿ ਜਦੋਂ ਉਸਨੇ ਇੰਡਸ ਨਦੀ ਨੂੰ ਕ੍ਰੋਸ ਕੀਤਾ ਤਾਂ ਉਸਦੀ ਜਿਹੜਾ ਜੋ ਕਿਸ਼ਤੀ ਆ ਉਹ ਪਲਟ ਗਈ ਸੀ, ਤਾਂ ਕਰਕੇ ਉਸਦੇ ਜਿਹੜੇ ਆਹ 15 ਮੈਨੂਸਕ੍ਰਿਪਟ ਆ ਉਹ ਲੋਸਟ ਹੋ ਗਈਆਂ ਸੀ, ਗੁੰਮ ਗਈਆਂ ਸੀਗੀਆਂ, ਠੀਕ ਹੈ। ਇਸ ਤੋਂ ਇਲਾਵਾ ਜਦੋਂ ਉਹ ਫਿਰ ਚਾਈਨਾ ਪਹੁੰਚਿਆ, ਹੀ ਸਪੈਂਟ ਹਿਜ਼ ਦਾ ਰੈਸਟ ਆਫ ਹਿਜ਼ ਲਾਈਫ ਟਰਾਂਸਲੇਟਿੰਗ ਦਾ ਰਿਮੇਨਿੰਗ ਮੈਨੂਸਕ੍ਰਿਪਟ ਫਰੋਮ ਸੰਸਕ੍ਰਿਟ ਇਨਟੂ ਚਾਈਨੀਜ਼। ਜਿੰਨੀ ਵੀ ਉਹਦੀ ਜ਼ਿੰਦਗੀ ਬਚੀ ਬਾਅਦ ਦੇ ਵਿੱਚ ਉਸਨੇ ਸਾਰੀ ਜਿਹੜੀ ਮੈਨੂਸਕ੍ਰਿਪਟ ਆ ਉਸ ਕੋਲ ਸੀਗੀਆਂ ਉਸਨੇ ਸੰਸਕ੍ਰਿਤ ਤੋਂ ਚਾਈਨਾ ਦੇ ਵਿੱਚ, ਚਾਈਨੀਜ਼ ਭਾਸ਼ਾ ਦੇ ਵਿੱਚ ਇਸ ਚੀਜ਼ ਨੂੰ ਟਰਾਂਸਲੇਟ ਕਰਨ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ, ਬਚੀ ਹੋਈ ਜ਼ਿੰਦਗੀ ਲੰਘਾ ਦਿੱਤੀ, ਠੀਕ ਹੈ। ਇਹ ਸੀਗਾ ਹਿਊਨ-ਜ਼ਾਂਗ ਬਾਰੇ। ਨੈਕਸਟ ਹੈ ਇੱਕ ਨਾਲੰਦਾ ਯੂਨੀਵਰਸਿਟੀ ਦੇ ਬਾਰੇ, ਠੀਕ ਹੈ। ਨਾਲੰਦਾ ਜਿਹੜੀ ਯੂਨੀਵਰਸਿਟੀ ਹੈ ਕਾਫੀ ਫੇਮਸ ਸੀਗੀ ਐਂਸੀਅੰਟ ਟਾਈਮ ਦੇ ਵਿੱਚ। ਜੇ ਆਪਾਂ ਗੱਲ ਕਰੀਏ ਇੱਥੇ ਇੱਕ ਨਾਲੰਦਾ ਆ ਯੂਨੀਕ ਸੈਂਟਰ ਆਫ ਬੁੱਧਿਸਟ ਲਰਨਿੰਗ। ਜਿਹੜੇ ਬੁੱਧਿਸਟ ਸੀਗੇ ਮਹਾਤਮਾ ਬੁੱਧ ਜਾਂ ਬੁੱਧ ਧਰਮ ਨੂੰ ਮੰਨਣ ਵਾਲੇ, ਉਹਨਾਂ ਦੇ ਲਈ ਸਿੱਖਣ ਲਈ ਇੱਕ ਆਹ ਬਹੁਤ ਵਧੀਆ ਯੂਨੀਵਰਸਿਟੀ ਸੀਗੀ। ਇਸ ਦੇ ਬਾਰੇ ਵਿੱਚ ਕੀ ਲਿਖਿਆ ਹੋਇਆ, ਹਿਊਨ-ਜ਼ਾਂਗ ਇੱਥੇ ਪੜ੍ਹਿਆ ਕਾਫੀ ਟਾਈਮ, ਠੀਕ ਹੈ। ਅਤੇ ਅਦਰ ਪਿਲਗ੍ਰਿਮ ਜੋ ਵੀ ਯਾਤਰੀ ਆਉਂਦੇ ਸੀ ਇੱਥੇ ਆਪਣੀ ਸਟੱਡੀ ਦੇ ਲਈ ਨਾਲੰਦਾ ਦੇ ਵਿੱਚ, ਜੋ ਕਿ ਬਿਹਾਰ ਦੇ ਵਿੱਚ ਸੀ, ਠੀਕ ਹੈ, ਉੱਥੇ ਆਪਣਾ ਟਾਈਮ ਸਪੈਂਡ ਕਰਦੇ ਸੀ। ਬਹੁਤ ਮੋਸਟ ਫੇਮਸ ਬੁੱਧਿਸਟ ਮੋਨੈਸਟਰੀ ਸੀਗੀ ਆਹ ਆਫ ਦਾ ਪੀਰੀਅਡ, ਇਸ ਸਮੇਂ ਦੀ ਪ੍ਰਸਿੱਧ ਮੋਨੈਸਟਰੀ ਸੀਗੀ, ਠੀਕ ਹੈ। ਦਿਸ ਹਾਊ ਹੀ ਡਿਸਕ੍ਰਾਈਬ ਇਟ। ਅਤੇ ਜਿਹੜਾ ਹਿਊਨ-ਜ਼ਾਂਗ ਆ ਉਹ ਇਸ ਨੂੰ ਕਿਵੇਂ ਡਿਸਕ੍ਰਾਈਬ ਕਰਦਾ, ਇਸ ਦੀ ਕਿਵੇਂ ਵਿਆਖਿਆ ਕਰਦਾ ਵੀ ਕਿੱਦਾਂ ਦੀ ਆਹ ਨਾਲੰਦਾ ਯੂਨੀਵਰਸਿਟੀ ਸੀਗੀ। ਦਾ ਟੀਚਰ ਆਰ ਮੈਨ ਐਂਡ ਹਾਈਐਸਟ ਅਬਿਲਿਟੀ ਐਂਡ ਟੈਲੈਂਟਡ, ਠੀਕ ਹੈ। ਜਿਹੜੇ ਟੀਚਰ ਸੀ ਉਹ ਬਹੁਤ ਉੱਚੀ ਸਿੱਖਿਆ ਵਾਲੇ ਸੀਗੇ, ਏਬਲ ਸੀਗੇ, ਬਹੁਤ ਯੋਗ ਅਤੇ ਟੈਲੈਂਟਡ ਸੀਗੇ ਬੰਦੇ ਉਹ, ਠੀਕ ਹੈ। ਦੇ ਫੋਲੋ ਦਾ ਟੀਚਿੰਗ ਆਫ ਬੁੱਧਾ ਇਨ ਆਲ ਸਿੰਸੈਰਿਟੀ, ਠੀਕ ਹੈ। ਉਹ ਸਿਰਫ ਜਿਹੜੀਆਂ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਸੀ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਆਪਣੇ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਦਿੰਦੇ ਸੀ। ਦੇ ਰੂਲ ਦਾ ਮੋਨੈਸਟਰੀ ਆ ਸਟ੍ਰਿਕਟ, ਜਿਹੜੇ ਰੂਲ ਆ ਨਿਯਮ ਸੀਗੇ ਮੋਨੈਸਟਰੀ ਦੇ ਉਹ ਕਾਫੀ ਸਖਤ ਸੀਗੇ, ਠੀਕ ਹੈ। ਸਾਰਿਆਂ ਨੂੰ ਇਸ ਨੂੰ ਫੋਲੋ ਕਰਨਾ ਪੈਂਦਾ ਹੈ। ਡਿਸਕਸ਼ਨ ਆਰ ਹੈਲਡ ਥਰੂ ਆਊਟ ਦਾ ਡੇ, ਡਿਸਕਸ਼ਨ ਜੋ ਵਾਦ ਵਿਵਾਦ ਨੇ, ਠੀਕ ਹੈ, ਥਰੂ ਆਊਟ ਆ ਈਅਰ। ਓਲਡ ਐਂਡ ਯੰਗ ਮਿਊਚੁਅਲੀ ਹੈਲਪ ਵਨ ਅਨਦਰ, ਜਿਹੜੇ ਓਲਡ ਐਂਡ ਯੰਗ ਸੀਗੇ ਉਹ ਇੱਕ ਦੂਜੇ ਦੀ ਮਦਦ ਕਰਦੇ ਸੀ। ਲਰਨਰ ਮੈਨ ਫਰੋਮ ਡਿਫਰੈਂਟ ਸਿਟੀ ਕਮ ਹੇਅਰ ਟੂ ਸੈਟਲ ਦੇਅਰ ਡਾਊਟਸ, ਕੁਛ ਜਿਹੜੇ ਲਰਨਰ ਸੀਗੇ, ਸਿੱਖੇ ਹੋਏ ਪਰਸਨ ਸੀ, ਉਹ ਅਲੱਗ-ਅਲੱਗ ਸਿਟੀ ਤੋਂ ਇੱਥੇ ਆਉਂਦੇ ਸੀ ਆਪਣੇ ਡਾਊਟ ਕਲੀਅਰ ਕਰਨ ਦੇ ਲਈ। ਜਿਹੜਾ ਗੇਟ ਕੀਪਰ ਸੀਗਾ, ਠੀਕ ਹੈ, ਜੋ ਯੂਨੀਵਰਸਿਟੀ ਦੇ ਗੇਟ 'ਤੇ ਐਂਟਰੈਂਸ 'ਤੇ ਜੋ ਗੇਟ ਕੀਪਰ ਸੀਗਾ, ਉਹ ਵੀ ਆਉਣ ਵਾਲਿਆਂ ਨੂੰ ਜੋ ਕਿ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਣਾ ਚਾਹੁੰਦੇ ਸੀ ਉਹਨਾਂ ਨੂੰ ਡਿਫੀਕਲਟ ਕੁਐਸਚਨ ਪੁੱਛਦਾ ਸੀ, ਠੀਕ ਹੈ। ਦੇ ਆਰ ਅਲਾਊਡ ਟੂ ਐਂਟਰ ਓਨਲੀ ਆਫਟਰ ਦੇ ਹੈਵ ਬੀਨ ਏਬਲ ਟੂ ਆਨਸਰ ਦੀਜ਼, ਜਦੋਂ ਕੋਈ ਉਸ ਦੇ ਸਵਾਲਾਂ ਦਾ ਕੋਈ ਆਨਸਰ ਦਿੰਦੇ ਸੀ ਉਹਨਾਂ ਨੂੰ ਹੀ ਉਹ ਇਸ ਦੇ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਣ ਦਿੰਦੇ ਸੀ। 7 and 8 ਆਊਟ ਆਫ ਐਵਰੀ 10 ਆਰ ਨਾਟ ਏਬਲ ਟੂ ਦਾ ਆਨਸਰ, ਠੀਕ ਹੈ। 7 ਜਾਂ 8% ਜਿਹੜੇ ਹੈਗੇ 10 ਦੇ ਵਿੱਚੋਂ ਉਹ ਕੀ ਸੀ, ਐਂਟਰ ਨਹੀਂ ਸੀ ਹੁੰਦੇ। ਮੰਨ ਲਓ 10% ਆਏ ਆ ਤਾਂ ਉਹਦੇ ਵਿੱਚੋਂ ਜਿਹੜੇ 7 ਜਾਂ 8% ਸੀ ਉਹ ਗੇਟ ਕੀਪਰ ਦੇ ਸਵਾਲਾਂ ਦਾ ਜਵਾਬ ਨਹੀਂ ਸੀ ਦੇ ਸਕਦੇ, ਤਾਂ ਉਹ ਵਾਪਸ ਚਲੇ ਜਾਂਦੇ। ਸਿਰਫ 3 ਜਾਂ 2 ਜਾਂ 3% ਹੀ ਅੰਦਰ ਐਂਟਰ ਹੋ ਸਕਦੇ ਸੀ। ਇਸ ਤੋਂ ਪਤਾ ਲੱਗਦਾ ਵੀ ਉਹ ਕਾਫੀ ਡਿਫੀਕਲਟ ਕੁਐਸਚਨ ਉਹਨਾਂ ਨੂੰ ਪੁੱਟ ਕਰਦਾ ਸੀ। ਨੈਕਸਟ ਦਾ ਬਿਗਨਿੰਗ ਆਫ ਭਗਤੀ ਲਹਿਰ, ਜੋ ਭਗਤੀ ਦੀ ਲਹਿਰ ਦੀ ਸਟਾਰਟਿੰਗ ਕਿਵੇਂ ਹੋਈ, ਇਸ ਦੇ ਵਿੱਚ ਕੀ ਸੀਗਾ, ਇੱਕ ਵਰਸ਼ਿਪ ਆਫ ਸਰਟੇਨ ਡਾਇਟੀ, ਇੱਕ ਖਾਸ ਦੇਵੀ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ, ਠੀਕ ਹੈ। ਇਹ ਬਾਅਦ ਦੇ ਵਿੱਚ ਸੈਂਟਰਲ ਫੀਚਰ ਬਣ ਗਿਆ ਹਿੰਦੂਇਜ਼ਮ ਦਾ। ਇਸ ਨੇ ਕਾਫੀ ਇੰਪੋਰਟੈਂਸ ਹਾਸਲ ਕੀਤੀ ਅੱਗੇ ਚੱਲ ਕੇ। ਇਸ ਦੇ ਵਿੱਚ ਕੁਝ ਦੇਵੀ ਡਾਇਟੀਜ਼ ਹੁੰਦੇ ਆ, ਦੇਵੀ ਦੇਵਤੇ ਜੋ ਸੀਗੇ ਜਿਨ੍ਹਾਂ ਵਿੱਚ ਸ਼ਿਵਾ, ਵਿਸ਼ਨੂੰ ਜਾਂ ਦੁਰਗਾ ਮਾਤਾ ਦੀ ਗੱਲ ਕਰਦੇ, ਇਹਨਾਂ ਦੀ ਲੋਕ ਕੀ ਆ ਜਿਹੜੇ ਡਿਵੋਟੀ ਸੀਗੇ, ਜੋ ਭਗਤ ਸੀਗੇ, ਇਹਨਾਂ ਦੀ ਪੂਜਾ ਕਰਦੇ ਸੀ, ਠੀਕ ਆ। ਇਸ ਦੇ ਵਿੱਚ ਕੀ ਆ, ਐਨ ਆਈਡੀਆ ਬਿਕਮ ਵੈਰੀ ਪਾਪੂਲਰ ਦਿਸ ਟਾਈਮ, ਜਿਹੜਾ ਭਗਤੀ ਦਾ ਜਿਹੜਾ ਆਈਡੀਆ ਸੀ, ਇਹ ਵਿਚਾਰਧਾਰਾ ਸੀ, ਕਾਫੀ ਪਾਪੂਲਰ ਹੋ ਗਈ ਸੀ। ਇਸ ਦੇ ਨਾਲ ਕੀ ਸੀ, ਇਸ ਦੇ ਵਿੱਚ ਕੀ ਕੀਤਾ ਜਾਂਦਾ ਸੀ, ਭਗਤੀ ਜਨਰਲੀ ਅੰਡਰਸਟੂਡ
ਐਜ਼ ਪਰਸਨ ਡਿਵੋਸ਼ਨ, ਇੱਕ ਜਿਹੜਾ ਪਰਸਨ ਆ, ਕੋਈ ਵਿਅਕਤੀ ਆ, ਉਸਦੀ ਸ਼ਰਧਾ ਦੇਖੀ ਜਾਂਦੀ ਸੀ ਵੀ ਉਹ ਕਿੰਨਾ ਕੁ ਆਪਣੇ ਚੂਜ਼ਨ ਡਾਇਟੀ ਵੀ ਜਿਹੜੀ ਵੀ ਉਹ ਆਪਣੇ ਦੇਵੀ ਦੇਵਤੇ ਨੂੰ ਧਿਆਉਂਦਾ, ਕਿੰਨਾ ਕੁ ਦਿਲੋਂ ਉਸ ਨੂੰ ਯਾਦ ਕਰਦਾ ਗਾ। ਠੀਕ ਹੈ, ਐਨੀਬਡੀ ਵਿੱਚ ਰਿਚ ਔਰ ਪੂਅਰ, ਕੋਈ ਵੀ ਇੱਦਾਂ ਪੂਜਾ ਭਗਤੀ ਕਰ ਸਕਦਾ ਸੀ ਇਸ ਦੇ ਥਰੂ, ਇਸ ਵਿਚਾਰਧਾਰਾ ਥਰੂ। ਠੀਕ ਹੈ, ਚਾਹੇ ਉਹ ਕੋਈ ਅਮੀਰ ਹੋਵੇ, ਗਰੀਬ ਹੋਵੇ, ਚਾਹੇ ਉਹ ਹਾਈ ਕਾਸਟ ਜਾਂ ਲੋਅ ਕਾਸਟ ਨੂੰ ਬਿਲੋਂਗ ਕਰਦਾ ਹੋਵੇ, ਚਾਹੇ ਮੈਨ ਹੋਵੇ ਚਾਹੇ ਵੂਮੈਨ। ਠੀਕ ਹੈ, ਕੁਡ ਫੋਲੋ ਦਾ ਪਾਥ ਆਫ ਭਗਤੀ, ਸਾਰੇ ਇੱਦਾਂ ਦੇ ਜਿਹੜਾ ਭਗਤੀ ਦਾ ਰਸਤਾ ਚੁਣ ਸਕਦੇ ਸੀ। ਠੀਕ ਹੈ, ਨੈਕਸਟ ਚੱਲਦੇ ਹਾਂ। ਦਾ ਆਈਡੀਆ ਆਫ ਭਗਤੀ ਪ੍ਰੈਜੈਂਟ ਇਨ ਭਗਵਦ ਗੀਤਾ, ਜਿਹੜਾ ਆਈਡੀਆ ਭਗਤੀ ਦਾ ਆਈਡੀਆ ਉਹ ਭਗਵਦ ਗੀਤਾ ਦੇ ਵਿੱਚ ਵੀ, ਜੋ ਹਿੰਦੂਇਜ਼ਮ ਦਾ ਧਾਰਮਿਕ ਗ੍ਰੰਥ ਆ, ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੋਇਆ। ਠੀਕ ਹੈ, ਇਸ ਤੋਂ ਇਲਾਵਾ ਜਿਹੜਾ ਕਿ ਪਾਰਟ ਹੈਗਾ ਮਹਾਭਾਰਤ ਦਾ, ਠੀਕ ਹੈ, ਜੋ ਭਗਵਦ ਗੀਤਾ ਦੀ ਗੱਲ ਕਰਦੇ ਹੋ, ਇੱਕ ਮਹਾਭਾਰਤ ਦਾ ਹਿੱਸਾ ਹੈ। ਠੀਕ ਹੈ, ਇਸ ਤੋਂ ਇਲਾਵਾ ਜੇਕਰ ਚੈਪਟਰ 11 ਦੀ ਗੱਲ ਕਰੀਏ, ਇਸ ਦੇ ਵਿੱਚ ਕੀ ਦੱਸਿਆ ਗਿਆ ਵੀ ਜਿਹੜਾ ਕ੍ਰਿਸ਼ਨਾ ਦਾ ਗੋਡ ਹੈ, ਕ੍ਰਿਸ਼ਨਾ ਜੋ ਭਗਵਾਨ ਹੈ, ਉਹ ਆਪਣੇ ਜੋ ਅਰਜੁਨ ਆ ਉਸ ਨੂੰ, ਜੋ ਉਸ ਦਾ ਡਿਵੋਟੀ ਵੀ ਹੈ, ਮਤਲਬ ਉਸ ਦਾ ਭਗਤ ਵੀ ਆ ਅਤੇ ਉਸ ਦਾ ਦੋਸਤ ਵੀ ਆ, ਉਸ ਨੂੰ ਦੱਸਦਾ ਵੀ ਤੂੰ ਜਿਹੜੇ ਸਾਰੇ ਆਪਣੇ ਕਰਮ ਕਾਂਡ ਨੇ, ਧਰਮ ਨੇ, ਸਾਰੇ ਜਿਹੜੀਆਂ ਤੇਰੀਆਂ ਦੁੱਖ ਤਕਲੀਫਾਂ ਨੇ ਸਾਰੀਆਂ ਤੂੰ ਮੈਨੂੰ ਦੇ ਦੇ। ਠੀਕ ਹੈ, ਮੈਂ ਤੈਨੂੰ ਇਹ ਸਾਰੀਆਂ ਚੀਜ਼ਾਂ ਤੋਂ, ਇਸ ਸਾਰੀ ਈਵਲ ਤੋਂ ਆਜ਼ਾਦ ਕਰ ਦਾਂਗਾ, ਮੁਕਤ ਕਰ ਦਾਂਗਾ, ਇਸ ਦੇ ਵਿੱਚ ਦੱਸਿਆ ਗਿਆ ਉਸਨੇ। ਠੀਕ ਹੈ, ਦਿਸ ਫਾਰਮ ਆਫ ਵਰਸ਼ਿਪ ਗ੍ਰੈਜੂਅਲੀ ਸਪਰੈਡ ਦਾ ਡਿਫਰੈਂਟ ਪਾਰਟ ਆਫ ਕੰਟਰੀ, ਇਹ ਜਿਹੜੀ ਵਰਸ਼ਿਪ, ਇਹ ਭਗਤੀ ਲਹਿਰ ਦੀ ਧਾਰਨਾ ਹੌਲੀ ਹੌਲੀ ਸਾਰੇ ਕੰਟਰੀ ਦੇ ਅਲੱਗ-ਅਲੱਗ ਭਾਗਾਂ ਦੇ ਵਿੱਚ, ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਫੈਲ ਗਈ। ਠੀਕ ਹੈ, ਨੈਕਸਟ ਆਪਾਂ ਚੱਲਦੇ ਹਾਂ। ਦੂਜ ਹੂ ਫੋਲੋ ਦਾ ਸਿਸਟਮ ਆਫ ਭਗਤੀ ਐਮਫੇਸਿਸ ਡਿਵੋਸ਼ਨ ਐਂਡ ਇੰਡੀਵਿਜੂਅਲ ਵਰਸ਼ਿਪ ਆਫ ਗੋਡ ਐਂਡ ਗੋਡਿਸ। ਠੀਕ ਹੈ, ਜਿਹੜੇ ਇਸ ਨੂੰ ਫੋਲੋ ਕਰਦੇ ਆ ਉਹ ਇੰਡੀਵਿਜੂਅਲ ਤੌਰ 'ਤੇ ਕਿਸੇ ਇੱਕ ਦੇਵੀ ਦੇਵਤੇ ਦੀ ਪੂਜਾ ਕਰਦੇ ਸੀ, ਉਸ ਦੇ ਪ੍ਰਤੀ ਸ਼ਰਧਾ ਭਾਵਨਾ 'ਤੇ ਜ਼ੋਰ ਦਿੰਦੇ ਸੀ। ਠੀਕ ਹੈ, ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਹੋਰ ਕਰਮ ਕਾਂਡ ਜਾਂ ਕੋਈ ਯੱਗ, ਕੋਈ ਬਲੀ, ਕੋਈ ਇੱਦਾਂ ਚੀਜ਼ਾਂ, ਕੋਈ ਇੱਦਾਂ ਦੇ ਪਰਫੋਰਮ ਕਰਨ ਦੀ ਲੋੜ ਨਹੀਂ ਸੀ ਪੈਂਦੀ। ਠੀਕ ਹੈ, ਸਿਰਫ ਉਹਨਾਂ ਦਾ ਕੰਮ ਕੀ ਸੀ, ਕਿਸੇ ਇੱਕ ਦੇਵੀ ਦੇਵਤੇ ਨੂੰ ਬਸ ਉਸ ਦਾ ਨਾਮ ਜਾਂ ਜਪਣਾ। ਠੀਕ ਹੈ, ਨੈਕਸਟ ਹੈ ਅਕੋਰਡਿੰਗ ਟੂ ਦਾ ਸਿਸਟਮ ਆਫ ਬਿਲੀਵ, ਇਸ ਦੇ ਵਿੱਚ ਇੱਕ ਵਿਚਾਰਧਾਰਾ ਦੇ ਅਨੁਸਾਰ ਮੰਨਣਾ ਪੈਂਦਾ। ਇਸ ਦੇ ਵਿੱਚ ਕੀ ਸੀ, ਡਿਵੋਟੀ ਵਰਸ਼ਿਪ ਚੂਜ਼ਨ ਡਾਇਟੀ ਪਿਓਰ ਹਾਰਟ, ਜੇ ਕੋਈ ਇੱਕ ਭਗਤ ਆਪਣੇ ਦੇਵੀ ਦੇਵਤੇ ਦੀ ਪੂਜਾ ਸੱਚੇ ਦਿਲੋਂ ਕਰਦਾ, ਠੀਕ ਹੈ, ਤਾਂ ਉਹ ਜਿਹੜਾ ਡਾਇਟੀ ਆ ਉਹ ਵਿਲ ਅਪੀਅਰ, ਤਾਂ ਉਹ ਦੇਵੀ ਦੇਵਤਾ ਉਹ ਉਸ ਦੇ ਅੱਗੇ ਪ੍ਰਗਟ ਹੋ ਜਾਏਗਾ, ਉਸ ਨੂੰ ਉਸ ਦੇ ਸਾਹਮਣੇ ਆ ਜਾਏਗਾ। ਠੀਕ ਹੈ, ਜਿਹੜੇ ਵੀ ਉਹ ਰੂਪ ਦੇ ਵਿੱਚ ਸੋਚ ਰਿਹਾ, ਉਸ ਦਾ ਕੋਈ ਵੀ ਰੂਪ ਸੋਚ ਕੇ ਉਹ ਉਸ ਦੀ ਭਗਤੀ ਕਰ ਰਿਹਾ, ਉਸ ਦੀ ਕੋਈ ਵੀ ਇੱਛਾ ਉਸ ਦੇ ਉਹ ਸਾਹਮਣੇ ਆ ਜਾਏਗਾ। ਠੀਕ ਹੈ, ਇਸ ਤੋਂ ਇਲਾਵਾ ਜਿਵੇਂ ਕਿ ਸੋ ਦਾ ਡਾਇਟੀ ਕੁਡ ਵੀ ਥੋਟ ਆਫ ਐਜ ਹਿਊਮਨ ਬੀਇੰਗ, ਚਾਹੇ ਉਹ ਉਸ ਦੇ ਭਗਤ ਦੇ ਦਿਮਾਗ ਦੇ ਵਿੱਚ ਇੱਕ ਹਿਊਮਨ ਬੀਇੰਗ ਦੀ ਤਸਵੀਰ ਬਣ ਰਹੀ ਹੈ, ਚਾਹੇ ਕੋਈ ਲਾਇਨ ਆ, ਚਾਹੇ ਟਰੀ ਆ, ਜਾਂ ਕੋਈ ਐਨੀ ਅਦਰ ਫਾਰਮ, ਕਿਸੇ ਵੀ ਫਾਰਮ ਦੇ ਵਿੱਚ ਉਹ ਉਸ ਦੇਵੀ ਦੇਵਤੇ ਦੀ ਪੂਜਾ ਕਰ ਰਿਹਾ, ਉਸ ਨੂੰ ਧਿਆ ਰਿਹਾ, ਤਾਂ ਉਹ ਉਸ ਦੇ ਸਾਹਮਣੇ ਆ ਜਾਏਗਾ। ਠੀਕ ਹੈ, ਹੌਲੀ ਹੌਲੀ ਕੀ ਆ ਇਹ ਚੀਜ਼, ਜਿਹੜਾ ਆਈਡੀਆ ਇਹ ਗੇਨ ਹੁੰਦਾ ਗਿਆ, ਵੱਧਦਾ ਗਿਆ। ਇਸ ਤੋਂ ਹੀ ਜਿਹੜੇ ਆਰਟਿਸਟ ਨੇ, ਕਲਾਕਾਰ ਲੋਕ ਨੇ, ਉਹਨਾਂ ਨੇ ਇੱਦਾਂ ਦੀਆਂ ਬਿਊਟੀਫੁਲ ਇਮੇਜਿਸ ਆਫ ਦੀਜ਼ ਡਾਇਟੀ, ਇਹਨਾਂ ਜਿਹੜੇ ਦੇਵੀ ਦੇਵਤੇ ਨੇ ਇਹਨਾਂ ਦੀਆਂ ਸੁੰਦਰ ਤਸਵੀਰਾਂ ਬਣਾਉਣੀਆਂ ਸਟਾਰਟ ਕਰ ਦਿੱਤੀਆਂ ਗਈਆਂ। ਅੱਗੇ ਹੈ ਵਰਡ ਇੱਕ ਭਗਤੀ, ਇਸ ਦੇ ਬਾਰੇ ਡਿਸਕਸ ਕਰਾਂਗੇ। ਭਗਤੀ ਦਾ ਮਤਲਬ ਕੀ ਹੈ, ਭਜ ਤੋਂ ਬਣਿਆ, ਜਿਹੜਾ ਕਿ ਸੰਸਕ੍ਰਿਤ ਭਾਸ਼ਾ ਦਾ ਇੱਕ ਵਰਡ ਆ। ਇਸ ਦਾ ਮਤਲਬ ਹੁੰਦਾ ਡਿਵਾਈਡ ਐਂਡ ਸ਼ੇਅਰ ਕਰਨਾ, ਮਤਲਬ ਕਿ ਜਿਹੜਾ ਇੱਕ ਭਗਤ ਆ ਅਤੇ ਇੱਕ ਉਸ ਦਾ ਕੋਈ ਜਿਹੜਾ ਦੇਵਤਾ ਜਾਂ ਗੋਡ ਆ, ਉਹ ਇਹ ਦੋਨਾਂ ਦਾ ਰਿਲੇਸ਼ਨਸ਼ਿਪ ਬਾਰੇ ਦੱਸਿਆ ਹੋਇਆ ਗਾ। ਠੀਕ ਆ, ਇਹ ਇੱਕ ਦੂਜੇ ਦੇ ਵੱਲ ਹਰ ਇੱਕ ਚੀਜ਼ ਸ਼ੇਅਰ ਕਰਦੇ ਆ। ਠੀਕ ਆ, ਉਹ ਆਪਣੀ ਜਿਹੜੀ ਸ਼ਰਧਾ ਉਹ ਸ਼ੇਅਰ ਕਰਦਾ ਗਾ, ਤਾਂ ਕਰਕੇ ਇਸ ਨੂੰ ਆਪਾਂ ਡਿਵਾਈਡ ਐਂਡ ਸ਼ੇਅਰ ਕਹਿ ਸਕਦੇ ਹਾਂ ਭਗਤੀ ਵਰਡ ਨੂੰ। ਠੀਕ ਹੈ, ਜਿਹੜਾ ਕਿ ਇੱਕ ਸੰਸਕ੍ਰਿਤ ਦਾ ਵਰਡ ਆ। ਠੀਕ ਹੈ, ਨੈਕਸਟ ਹੈ ਇੱਕ ਪੋਇਮ ਆ ਪੋਇਮ ਆਫ ਭਗਤਾ, ਕਿਸੇ ਇੱਕ ਭਗਤ ਦੀ ਪੋਇਮ ਆ। ਇਸ ਦੇ ਵਿੱਚ ਕੋਈ ਖਾਸ ਨਹੀਂ, ਬਸ ਸਿਰਫ ਇਸ ਦੇ ਵਿੱਚ ਤੁਸੀਂ ਇਸ ਚੀਜ਼ 'ਤੇ ਜ਼ੋਰ ਦੇਣਾ ਹੈ। ਠੀਕ ਹੈ, ਜਿਹੜੀਆਂ ਜ਼ਿਆਦਾਤਰ ਤਾਮਿਲ ਭਾਸ਼ਾ ਦੇ ਵਿੱਚ ਅੱਪਰ ਇੱਕ ਡਿਵੋਟੀ ਜਿਹੜਾ ਸ਼ਿਵ ਜੀ ਦੇ ਭਗਤ ਨੇ, ਉਹਨਾਂ ਦੁਆਰਾ ਇਹ ਲਿਖੀਆਂ ਗਈਆਂ ਨੇ। ਠੀਕ ਹੈ, ਇਸ ਦੇ ਵਿੱਚ ਅਪਰ ਵਾਜ ਵਿਲਾਲਾ, ਜਿਹੜੇ ਅਪਰ ਸੀਗੇ ਇਹ ਵਿਲਾਲਾ ਸੀ। ਠੀਕ ਹੈ, ਜੋ ਤੁਸੀਂ ਚੈਪਟਰ 8 ਦੇ ਵਿੱਚ ਵਰਡ ਵਿਲਾਲਾ ਆਇਆ ਉਸ ਤੋਂ ਕਲੀਅਰ ਕਰ ਸਕਦੇ ਹੋ ਇਸਨੂੰ। ਠੀਕ ਹੈ, ਇਸ ਦੇ ਵਿੱਚ ਕੁਛ ਖਾਸ ਨਹੀਂ। ਨੈਕਸਟ ਚੱਲਦੇ ਆਪਾਂ। ਬਿਕੋਜ਼ ਆਫ ਡਾਇਟੀ ਵਾਰ ਸਪੈਸ਼ਲ ਦੀਜ਼ ਇਮੇਜਿਸ ਆਫ ਡਾਇਟੀ ਵਾਰ ਆਫਨ ਪਲੇਸਡ ਇਨ ਸਪੈਸ਼ਲ ਹੋਮ, ਜਿਹੜੇ ਆਹ ਦੇਵੀ ਦੇਵਤੇ ਕਾਫੀ ਸਪੈਸ਼ਲ ਹੁੰਦੇ ਆ ਕਿਸੇ ਭਗਤ ਲਈ। ਠੀਕ ਹੈ, ਤਾਂ ਫਿਰ ਉਹ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਦੇਵੀ ਦੇਵਤਿਆਂ ਦੀਆਂ ਉਹ ਅਕਸਰ ਆਪਣੇ ਘਰਾਂ ਦੇ ਵਿੱਚ, ਠੀਕ ਹੈ, ਜਾਂ ਫਿਰ ਟੈਂਪਲ ਦੇ ਵਿੱਚ ਲਗਾ ਲੈਂਦੇ ਸੀਗੇ। ਯੂ ਵਿਲ ਲਰਨ ਮੋਰ ਅਬਾਊਟ ਦੀਜ਼ ਟੈਂਪਲ ਇਨ ਚੈਪਟਰ 11।
ਤੁਸੀਂ ਇਹਨਾਂ ਜਿਹੜੇ ਟੈਂਪਲ ਨੇ ਇਹਨਾਂ ਮੰਦਰਾਂ ਬਾਰੇ ਤੁਸੀਂ ਚੈਪਟਰ 11 ਦੇ ਵਿੱਚ ਜ਼ਿਆਦਾ ਹੋਰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ। ਨੈਕਸਟ ਹੈ ਭਗਤੀ ਇੰਸਪਾਇਰਡ ਸਮ ਦਾ ਬੈਸਟ ਐਕਸਪ੍ਰੈਸ਼ਨ ਦਾ ਆਰਟ ਸਕਲਪਚਰ ਪੋਇਟਰੀ ਐਂਡ ਆਰਕੀਟੈਕਟ। ਭਗਤੀ ਮੂਵਮੈਂਟ ਤੋਂ ਇੱਦਾਂ ਦਾ ਠੀਕ ਹੈ ਇੰਸਪਾਇਰ ਹੋ ਕੇ ਕੁਛ ਹੋਰ ਵੀ ਜਿਹੜੀ ਆਰਟ ਦੇ ਬਾਰੇ ਜਾਂ ਮੂਰਤੀ ਕਲਾ ਬਾਰੇ ਜਾਂ ਕਵਿਤਾਵਾਂ ਨੇ ਜਾਂ ਆਰਕੀਟੈਕਚਰ ਬਾਰੇ ਹੋਰ ਵੀ ਜ਼ਿਆਦਾਤਰ ਇੰਪ੍ਰੈਸ਼ਨ ਬਣ ਕੇ ਆਏ ਸਾਹਮਣੇ। ਇੱਕ ਨੈਕਸਟ ਹੈ ਵਰਡ ਹਿੰਦੂ ਆ ਰਿਹਾ ਸਾਹਮਣੇ ਠੀਕ ਹੈ Hindu word. The word Hindu, like the term India, is derived from the river Indus. It was used by urban Iranian to refer to people who lived to the east of the river and their culture practice including religious belief। ਦੇਖੋ ਜਿਹੜਾ ਹਿੰਦੂ ਵਰਡ ਆ ਇਹ ਆਪਣਾ ਇੰਡੀਆ ਨੂੰ ਰੀਪ੍ਰਜੈਂਟ ਕਰਦਾ ਗਾ ਠੀਕ ਹੈ ਫਰੋਮ ਰਿਵਰ ਇੰਡਸ ਤੋਂ ਬਣਿਆ ਹੈ ਆਹ ਜਿਵੇਂ ਇੰਡੀਆ ਸ਼ਬਦ ਜੋ ਇੰਡੀਆ ਵਰਡ ਹੈ ਉਹ ਵੀ ਇੰਡਸ ਰਿਵਰ ਤੋਂ ਬਣਿਆ ਉਵੇਂ ਹੀ ਹਿੰਦੂ ਵਰਡ ਵੀ ਇੰਡਸ ਰਿਵਰ ਜਿਹਨੂੰ ਆਪਾਂ ਸਿੰਧੂ ਨਦੀ ਕਹਿ ਦਿੰਦੇ ਹਾਂ ਉਸ ਤੋਂ ਬਣਿਆ। ਇਹ ਯੂਜ਼ ਕਿਹਨਾਂ ਨੇ ਕੀਤਾ ਜ਼ਿਆਦਾਤਰ ਜਿਹੜੇ ਅਰਬ ਸੀਗੇ ਅਰਬ ਤੋਂ ਆਏ ਸੀ ਜਾਂ ਈਰਾਨ ਤੋਂ ਆਏ ਸੀ ਲੋਕ ਉਹਨਾਂ ਨੇ ਕਿੰਨਾਂ ਲੋਕਾਂ ਦੇ ਲਈ ਆਹ ਰੈਫਰ ਕੀਤਾ ਠੀਕ ਹੈ ਕਿਹਨਾਂ ਦੇ ਲਈ ਆਹ ਵਰਡ ਯੂਜ਼ ਕੀਤਾ ਦਾ ਈਸਟ ਆਫ ਦਾ ਰਿਵਰ ਜਿਹੜੇ ਸਿੰਧੂ ਨਦੀ ਦੇ ਇੰਡਸ ਰਿਵਰ ਦੇ ਈਸਟ ਵੱਲ ਰਹਿੰਦੇ ਸੀ। ਬਾਈ ਦਾ ਵੀ ਇਹ ਇੱਕ ਰਿਵਰ ਆ ਇਸ ਦੇ ਜੋ ਵੈਸਟ ਆ ਇੱਧਰ ਤਾਂ ਅਰਬ ਜਾਂ ਈਰਾਨੀ ਰਹਿ ਰਹੇ ਨੇ ਜੋ ਈਸਟ ਦੇ ਵੱਲ ਰਹਿ ਰਹੇ ਨੇ ਲੋਕ ਉਹਨਾਂ ਨੇ ਕੀ ਕਿਹਾ ਹਿੰਦੂ ਕਿਹਾ ਠੀਕ ਹੈ। ਇਸ ਤੋਂ ਹੀ ਆਹ ਹਿੰਦੂ ਨਾਮ ਅੱਗੇ ਵਧਿਆ ਠੀਕ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੇਅਰ ਕਲਚਰ ਪ੍ਰੈਕਟਿਸ ਇੰਕਲੂਡਿੰਗ ਇਸ ਦੇ ਵਿੱਚ ਉਹ ਲੋਕਾਂ ਦਾ ਵੀ ਕਲਚਰ ਕੀ ਆ ਠੀਕ ਹੈ ਰਿਲੀਜੀਅਸ ਕੀ ਆ ਉਹਨਾਂ ਦੇ ਵਿਚਾਰ ਕੀ ਹੈ ਇਹ ਸਾਰਿਆਂ ਨੂੰ ਉਹਨਾਂ ਨੇ ਸਾਹਮਣੇ ਰੱਖ ਕੇ ਇਹ ਹਿੰਦੂ ਵਰਡ ਯੂਜ਼ ਕੀਤਾ ਠੀਕ ਹੈ। ਇੱਕ ਆਪਣਾ ਉੱਪਰ ਜੋ ਇੱਕ ਪਿਕਚਰ ਹੈ ਠੀਕ ਹੈ ਇਹ ਰਹਿੰਦੀ ਸੀ ਇਸ ਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਇਹ ਜੋ ਪਿਕਚਰ ਕੀ ਆ ਇਸ ਦੇ ਬਾਰੇ ਆਪਾਂ ਪੜ੍ਹਦੇ ਹਾਂ। ਵਿਸ਼ਨੂੰ ਐਜ ਵਿਰਾਹਾ ਭਗਵਾਨ ਵਿਸ਼ਨੂੰ ਦਾ ਇੱਕ ਵਿਰਾਹਾ ਅਵਤਾਰ ਆ ਠੀਕ ਹੈ ਇਸ ਦੇ ਬਾਰੇ ਡਿਸਕਸ ਕੀਤਾ ਹੈ। ਐਨ ਇਮੇਜ ਫਰੋਮ ਈਰਾਨ ਮਤਲਬ ਕਿ ਜੋ ਕੰਟਰੀ ਬਾਰੇ ਨਹੀਂ ਇੱਥੇ ਦੱਸਿਆ ਗਿਆ। ਈਰਾਨ ਜੋ ਹੈ ਇੱਕ ਜਗ੍ਹਾ ਦਾ ਨਾਮ ਹੈ ਮੱਧ ਪ੍ਰਦੇਸ਼ ਸਟੇਟ ਦੇ ਵਿੱਚ ਉਸ ਦੀ ਗੱਲ ਕਰਦੇ ਹਾਂ। ਉੱਥੇ ਇੱਕ ਵਿਸ਼ਨੂੰ ਐਜ ਵਿਰਾਹਾ ਵਿਸ਼ਨੂੰ ਭਗਵਾਨ ਦੇ ਵਿਰਾਹਾ ਅਵਤਾਰ ਦੀ ਜੋ ਹੈ ਇਮੇਜ ਹੈ ਠੀਕ ਹੈ ਉਸ ਦੇ ਬਾਰੇ ਡਿਸਕਸ਼ਨ ਕਰਾਂਗੇ। ਦਿਸ ਮੈਗਨੀਫਿਕੈਂਟ ਸਟੈਚੂ ਆਫ ਸਪੈਸ਼ਲ ਫਾਰਮ ਆਫ ਵਿਸ਼ਨੂੰ ਐਂਡ ਵਿਰਾਹਾ ਔਰ ਵੋਰ ਠੀਕ ਹੈ। ਇੱਕ ਇਹਨੂੰ ਵਿਰਾਹਾ ਵੀ ਕਹਿ ਦਿੰਦੇ ਆਪਾਂ ਵੋਰ ਕਹਿੰਦੇ ਇੱਕ ਸੂਰ ਠੀਕ ਹੈ ਸੂਰ ਦੇ ਇੱਕ ਫਾਰਮ ਦੇ ਵਿੱਚ ਇੱਕ ਆਹ ਜੋ ਸਟੈਚੂ ਹੈ ਠੀਕ ਹੈ ਉਸ ਦੇ ਵਿੱਚ ਦੱਸਿਆ ਹੋਇਆ ਵੀ ਭਗਵਾਨ ਵਿਸ਼ਨੂੰ ਟੁੱਕ ਦਾ ਸ਼ੇਪ ਆਫ ਵੋਰ ਇਨ ਆਰਡਰ ਟੂ ਰੈਸਕਿਊ ਦਾ ਅਰਥ which had sunk into water here the earth is shown as woman। ਇੱਥੇ ਕੀ ਆ ਅਰਥ ਨੂੰ ਇੱਕ ਔਰਤ ਦੇ ਤੌਰ 'ਤੇ ਠੀਕ ਆ ਰਿਪਰਜੈਂਟ ਕੀਤਾ ਗਿਆ ਵੋਮੈਨ ਦੇ ਤੌਰ 'ਤੇ ਅਤੇ ਜੋ ਭਗਵਾਨ ਵਿਸ਼ਨੂੰ ਆ ਉਹ ਵਿਰਾਹਾ ਦਾ ਰੂਪ ਲੈ ਕੇ ਇੱਕ ਸੂਰ ਦਾ ਰੂਪ ਲੈ ਕੇ ਉਸਨੇ ਰੈਸਕਿਊ ਕੀਤਾ ਧਰਤੀ ਨੂੰ ਬਚਾਇਆ ਕਿਉਂਕਿ ਜੋ ਕਿ ਵਾਟਰ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਰਹੀ ਸੀ ਠੀਕ ਹੈ। ਇਹ ਇਸ ਤਰ੍ਹਾਂ ਦੀ ਜਿਹੜੀ ਇਮੇਜਸ ਆ ਇਹ ਮੱਧ ਪ੍ਰਦੇਸ਼ ਸਟੇਟ ਦੇ ਵਿੱਚ ਮਿਲੀ ਹੈ ਠੀਕ ਹੈ। ਨੈਕਸਟ ਆਪਾਂ ਚੱਲਦੇ ਹਾਂ ਐਲਸਫੇਅਰ 'ਤੇ ਠੀਕ ਹੈ। ਇਸ ਦੇ ਵਿੱਚ ਕੀ ਆ 2000 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ 2000 ਈਅਰ ਅਗੋ ਠੀਕ ਆ ਕ੍ਰਿਸਚੈਨਿਟੀ ਇਮਰਜ ਜਿਹੜਾ ਵੈਸਟ ਏਸ਼ੀਆ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਈਸਾਈ ਧਰਮ ਸ਼ੁਰੂ ਹੋਇਆ ਜੀਸਸ ਕ੍ਰਾਈਸਟ ਜਿਨ੍ਹਾਂ ਦਾ ਜਨਮ ਹੋਇਆ ਬੈਥਲਹੈਮ ਠੀਕ ਹੈ ਬੈਥਲਹੇਮ ਨਾਂ ਦੀ ਜਗ੍ਹਾ 'ਤੇ ਇਹਨਾਂ ਦਾ ਜਨਮ ਹੋਇਆ ਜਿਹੜਾ ਕਿ ਇੱਕ ਰੋਮਨ ਅੰਪਾਇਰ ਦਾ ਹਿੱਸਾ ਸੀ ਠੀਕ ਹੈ। ਕ੍ਰਾਈਸਟ ਦੀ ਜਿਹੜੀਆਂ ਟੀਚਿੰਗ ਸੀ ਉਹ ਉਸ ਦੇ ਅਕੋਰਡਿੰਗ ਜਿਹੜਾ ਜੀਸਸ ਆ ਇਸ ਨੂੰ ਸੇਵੀਅਰ ਆਫ ਵਰਲਡ ਕਿਹਾ ਗਿਆ ਹੈ ਠੀਕ ਹੈ। ਇਸ ਤੋਂ ਇਲਾਵਾ ਹੀ ਆਲਸੋ ਟੌਟ ਪੀਪਲ ਟੂ ਟਰੀਟ ਅਦਰ ਵਿਦ ਲਵ ਐਂਡ ਟਰਸਟ ਅਦਰ ਠੀਕ ਹੈ। ਉਸ ਦਾ ਉਹਨਾਂ ਦੀਆਂ ਜਿਹੜੀਆਂ ਸਿੱਖਿਆ ਸੀਗੀਆਂ ਈਸਾਈ ਧਰਮ ਦੀਆਂ ਉਹਨਾਂ ਦੇ ਵਿੱਚ ਆਖਿਆ ਵੀ ਤੁਸੀਂ ਲੋਕਾਂ ਨੂੰ ਪਿਆਰ ਅਤੇ ਵਿਸ਼ਵਾਸ ਦੇ ਨਾਲ ਮਿਲੋ ਟਰੀਟ ਕਰੋ ਤਾਂ ਤੁਹਾਨੂੰ ਵੀ ਇਹ ਸਾਰਾ ਕੁਛ ਉੱਦਾਂ ਹੀ ਮਿਲੇਗਾ। ਜੇਕਰ ਤੁਸੀਂ ਲੋਕਾਂ ਨੂੰ ਪਿਆਰ ਵਿਸ਼ਵਾਸ ਦੇਵੋਗੇ ਤਾਂ ਤੁਹਾਨੂੰ ਵੀ ਲੋਕ ਪਿਆਰ ਜਾਂ ਵਿਸ਼ਵਾਸ ਕਰਨਗੇ ਠੀਕ ਆ। ਇਸ ਤੋਂ ਇਲਾਵਾ ਹੇਅਰ ਆਰ ਫਿਊ ਵਰਸਿਸ ਫਰੋਮ ਬਾਈਬਲ ਦੀਆਂ ਕੁਛ ਕਵਿਤਾਵਾਂ ਨੇ ਜੋ ਨੀਚੇ ਲਿਖੀਆਂ ਹੋਈਆਂ ਨੇ ਸਿਰਫ ਉਹ ਮੰਨ ਲਓ ਸਿੱਖਿਆ ਹੀ ਹੈ ਈਸਾਈ ਧਰਮ ਦੀਆਂ ਠੀਕ ਹੈ। ਇਸ ਦੇ ਬਾਰੇ ਡਿਸਕਸ ਦੇਖ ਲਿਓ ਤੁਸੀਂ ਪੜ੍ਹ ਕੇ ਵੀ ਜੇਕਰ ਤੁਸੀਂ ਕਿਸੇ ਨੂੰ ਮਿਰਸੀਫੁਲ ਹੋ ਠੀਕ ਆ ਜੇਕਰ ਕਿਸੇ ਤੁਸੀਂ ਦਇਆ ਭਾਵਨਾ ਰੱਖਦੇ ਹੋ ਤਾਂ ਪਰਮਾਤਮਾ ਹੀ ਤੁਹਾਡੇ 'ਤੇ ਦਇਆਫੁੱਲ ਰਹੇਗਾ ਮਿਰਸੀਫੁਲ ਰਹੇਗਾ ਠੀਕ ਆ। ਪਿਓਰ ਹਾਰਟ ਦੇ ਨਾਲ ਜੇਕਰ ਤੁਸੀਂ ਭਗਤੀ ਕਰਦੇ ਹੋ ਤਾਂ ਤੁਸੀਂ ਗੋਡ ਨੂੰ ਦੇਖ ਸਕਦੇ ਹੋ ਮਿਲ ਸਕਦੇ ਹੋ। ਪੀਸ ਮੇਕਰ ਨੇ ਜਿਹੜੇ ਸ਼ਾਂਤੀ ਦੂਤ ਨੇ ਉਹ
ਪਰਮਾਤਮਾ ਦੇ ਦੂਤ ਨੇ, ਪੁੱਤਰ ਨੇ, ਠੀਕ ਹੈ, ਇੱਦਾਂ ਸਾਰਾ ਕੁਝ ਦੱਸਿਆ ਹੈ। ਬਾਕੀ ਜਿਹੜੇ ਕ੍ਰਾਈਸਟ ਦੀਆਂ ਟੀਚਿੰਗ ਸੀ ਉਹ ਆਰਡੀਨਰੀ ਪੀਪਲ ਆਮ ਲੋਕਾਂ ਵਿੱਚ ਕਾਫੀ ਫੈਲੀਆਂ, ਜਿਸ ਕਰਕੇ ਜਿਹੜਾ ਈਸਾਈ ਧਰਮ ਆ ਉਹ ਵੈਸਟ ਏਸ਼ੀਆ, ਅਫਰੀਕਾ, ਯੂਰਪ ਦੇ ਵਿੱਚ ਕਾਫੀ ਫੈਲ ਗਿਆ। ਅਤੇ ਫਸਟ ਜਿਹੜਾ ਕ੍ਰਿਸਚੀਅਨ ਪ੍ਰੀਚਰ ਸੀਗੇ, ਉਪਾਸਕ ਸੀਗੇ, ਮਤਲਬ ਉਪਦੇਸ਼ ਦੇਣ ਵਾਲੇ, ਉਹ ਵੈਸਟ ਏਸ਼ੀਆ, ਫਿਰ ਵੈਸਟ ਕੋਸਟ ਅਤੇ ਸਬ ਕੰਟੀਨੈਂਟ, ਉਪ ਮਹਾਂਦੀਪ ਤੋਂ ਇੱਦਾਂ ਹੋਰ ਇਸ ਧਰਮ ਨੂੰ ਵਧਾਉਂਦੇ ਗਏ। ਕ੍ਰਾਈਸਟ ਦੀ ਡੈਥ ਤੋਂ ਬਾਅਦ ਵੀ 100 ਈਅਰ, ਮਤਲਬ ਜੀਸਸ ਦੀ ਡੈਥ ਹੋਣ ਤੋਂ ਬਾਅਦ 100 ਸਾਲ ਬਾਅਦ ਵੀ ਇਹ ਜਿਹੜਾ ਕੀ ਅੱਗੇ ਵੱਧਦਾ ਗਿਆ ਜੋ ਧਰਮ ਹੈ, ਠੀਕ ਹੈ। ਇਸ ਤੋਂ ਇਲਾਵਾ ਕੁਛ ਗੱਲ ਕਰਦੇ ਹਾਂ ਆਪਾਂ ਕੇਰਲ ਸਟੇਟ ਦੀ। ਕੇਰਲ ਸਟੇਟ ਦੇ ਵਿੱਚ ਵੀ ਜੋ ਕ੍ਰਿਸਚੀਅਨ ਹੈਗੇ ਨੇ, ਈਸਾਈ ਲੋਕ ਨੇ, ਉਹਨਾਂ ਨੂੰ ਸਰੀਅਨ ਕ੍ਰਿਸਚੀਅਨ ਕਹਿੰਦੇ ਆ, ਕਿਉਂਕਿ ਉਹ ਜ਼ਿਆਦਾਤਰ ਵੈਸਟ ਏਸ਼ੀਆ ਵੱਲੋਂ ਆਏ ਨੇ, ਤਾਂ ਕਰਕੇ ਉਹਨਾਂ ਨੂੰ ਸਰੀਅਨ ਕ੍ਰਿਸਚੀਅਨ ਕਹਿੰਦੇ ਆ, ਠੀਕ ਹੈ। ਚਲੋ ਅੱਜ ਦਾ ਆਪਣਾ ਚੈਪਟਰ ਇੱਥੇ ਸਮਾਪਤ ਹੁੰਦਾ। ਨੈਕਸਟ ਟਾਈਮ ਆਪਾਂ ਹੋਰ ਵੀ ਵਧੀਆ ਇੱਦਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜੋ ਤੁਹਾਡਾ ਨੈਕਸਟ ਹੈ ਬੁੱਕ ਪਾਰਟ, ਤੁਸੀਂ ਖੁਦ ਕਰਨਾ, ਕੁਐਸਚਨ ਆਨਸਰ ਤੁਹਾਨੂੰ ਮੈਂ PDF ਦੇ ਥਰੂ ਤੁਹਾਡੇ ਗਰੁੱਪ ਦੇ ਵਿੱਚ ਸੈਂਡ ਕਰ ਦਾਂਗਾ। ਵੈਸੇ ਇੱਥੇ ਸਿਰਫ ਮੈਥ ਦੀ ਕਾਲਮ ਨੇ, ਤੁਸੀਂ ਜੇਕਰ ਲੈਸਨ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਇਸ ਨੂੰ ਆਪਾਂ ਸੋਲਵ ਕਰ ਹੀ ਲੈਂਦੇ ਹਾਂ। ਇੱਥੇ ਕੀ ਆ, ਪਹਿਲਾ ਮੂਵੇਂਦਰ ਵਰਡ ਹੈ, ਆਪਾਂ ਪਹਿਲਾਂ ਪੜ੍ਹ ਚੁੱਕਿਆ ਵੀ ਮੂਵੇਂਦਰ ਵਰਡ ਦਾ ਮਤਲਬ ਕੀ ਆ, ਠੀਕ ਹੈ। ਇੱਥੇ ਮੂਵੇਂਦਰ ਕੀ ਆ, ਇੱਥੇ ਆਪਾਂ ਆਪਸ਼ਨ ਦੇ ਵਿੱਚ ਦੇਖਦੇ ਹਾਂ ਚੋਲਾ, ਚੇਰਸ ਐਂਡ ਪਾਂਡਿਆ, ਮਤਲਬ ਕਿ ਫਸਟ ਦੀ ਕੀ ਆਏਗੀ, ਮੈਚ ਤਾਂ ਆਪਾਂ ਕਰ ਸਕਦੇ ਫਸਟ ਨੂੰ। ਫਿਫਥ ਦੇ ਨਾਲ ਲਾਰਡ ਆਫ ਦਕਸ਼ਨ ਪਾਥਾ ਕਿਹਨੂੰ ਕਹਿੰਦੇ ਸੀ, ਸਤਵਾਹਨ ਜਿਹੜੇ ਰੂਲਰ ਸੀ ਉਹਨਾਂ ਨੂੰ ਕਹਿੰਦੇ ਸੀ, ਠੀਕ ਹੈ। ਅਸਫਘੋਸ਼ਾ ਕੌਣ ਆ, ਜਿਸ ਨੇ ਕਿਹੜੀ ਬੁੱਕ ਲਿਖੀ ਆ, ਬੁੱਧਾ ਚਰਿਤਾ, ਠੀਕ ਹੈ। ਅੱਗੇ ਬੋਧੀਸਤਵਾ ਕੀ ਆ, ਇੱਕ ਮਹਾਯਾਨ ਜਿਹੜਾ ਬੁੱਧਿਜ਼ਮ ਆ ਉਸ ਦੇ ਵਿੱਚ ਹੀ ਅੰਡਰ ਆਉਂਦਾ, ਉਸਦੀ ਸ਼ਾਖਾ ਹੈ। ਹਿਊਨ ਯਾਂਗ ਜੋ ਕੀ ਹੈ ਇੱਕ ਚਾਈਨੀਜ਼ ਪਿਲਗ੍ਰਮ ਆ, ਠੀਕ ਹੈ। ਇਹ ਤੁਹਾਡੇ ਮੈਥ ਦੀ ਕਾਲਮ ਹੋ ਗਏ ਨੇ। ਨੈਕਸਟ ਟਾਈਮ ਆਪਾਂ ਹੋਰ ਵੀ ਵਧੀਆ ਤਿਆਰੀ ਕਰਾਂਗੇ। ਧੰਨਵਾਦ।